ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰ। ਉਲਟੀ ਗੰਗ ਵਹਾਈਓ ਨਾ, ਗੁਰ ਅੰਗਦ ਸਿਰ ਉੱਪਰ ਧਾਰਾ। ਪੁੱਤਰੀ ਕੌਲ ਨਾ ਪਾਲਿਆ, ਮਨ ਖੋਟੇ ਆਕੀ ਨਸਿਆਰਾ। ਬਾਣੀ ਮੁਖੋਂ ਉਚਾਰੀਐ, ਹੋਏ ਰੁਸਨਾਈ ਮਿਟੈ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉਠੇ ਧੁਨਕਾਰਾ। ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਗੁਰਮੁਖ ਪਾਰ ਅਥਰਬਣ ਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗਰੀਬ ਨਵਾਜ ਸ਼ਹਿਨਸ਼ਾਹ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਰਹਿਬਰ ਮਾਲਕ ਜੀ ਦੀ ਪਾਵਨ ਕਿਰਪਾ ਰਹਿਮਤ ਦੇ ਸਦਕਾ, ਜੋ ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਲੜੀਵਾਰ ਕਥਾ ਪ੍ਰਾਰੰਭ ਹੋਈ, ਗੁਰੂ ਕਿਰਪਾ ਦੇ ਨਾਲ ਗੁਰੂ ਆਸੀਸ ਦੇ ਸਦਕਾ ਪਹਿਲੀ ਪਾਵਨ ਵਾਰ ਦੀਆਂ 37 ਪੌੜੀਆਂ ਸਰਵਣ ਕੀਤੀਆਂ। 38ਵੀਂ ਪੌੜੀ ਅੱਜ ਪਾਠ ਰੂਪ ਅੰਦਰ ਆਪਾਂ ਸਰਵਣ ਕੀਤੀ ਹੈ। ਆਓ ਇਸ ਪਾਵਨ ਪੌੜੀ ਦੀ ਵਿਚਾਰ ਪ੍ਰਾਰੰਭ ਕਰੀਏ। ਅਰਦਾਸ ਕਰੀਏ ਹਜ਼ੂਰ ਪਾਤਸ਼ਾਹ ਮਨ ਦਾ ਟਿਕਾਓ, ਸੁਰਤੀਆਂ ਬਿਰਤੀਆਂ ਦੀ ਇਕਾਗਰਤਾ ਦੇ ਕੇ ਆਪ ਇਸ ਕਾਰਜ ਨੂੰ ਕਰਨ ਦੀ ਸਮਰੱਥਾ ਸੋਝੀ ਬਖਸ਼ਿਓ। ਜਿਤਨੇ ਆਪ ਜੀ ਸਰਵਣ ਕਰ ਰਹੇ ਹੋ, ਆਓ ਪਿਆਰ ਸਹਿਤ ਉਚਾਰਨ ਕਰਦਿਆਂ ਸਾਹਿਬਾਂ ਦੀ ਆਸੀਸ ਲਓ ਅਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋ ਇਸ ਪਾਵਨ 38ਵੀਂ ਪੌੜੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਰਤਾਰਪੁਰ ਦਾ ਜੋ ਆਗਮਨ ਹੈ, ਉਸ ਪਾਵਨ ਆਗਮਨ ਦਾ ਜ਼ਿਕਰ ਹੈ। ਕਿਉਂਕਿ ਪਿਛਲੀਆਂ ਪੌੜੀਆਂ ਦੇ ਵਿੱਚ ਵੀ ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਗਏ ਨੇ, ਜਿਸ ਤਰ੍ਹਾਂ ਉੱਥੇ ਗੁਰੂ ਨਾਨਕ ਨੇ ਕੌਤਕ ਕੀਤੇ ਨੇ, ਸਾਹਿਬ ਨੇ ਜਿਸ ਤਰ੍ਹਾਂ ਦੀਆਂ ਖੇਡਾਂ ਖੇਡੀਆਂ, ਜਿਵੇਂ ਦਾ ਉਪਦੇਸ਼ ਉੱਥੋਂ ਦੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ, ਭਾਈ ਗੁਰਦਾਸ ਜੀ ਨੇ ਪਾਵਨ ਰਚਨਾ ਦੇ ਅੰਦਰ ਹੂ ਬਹੂ ਉਸ ਦ੍ਰਿਸ਼ ਨੂੰ ਖਿੱਚਿਆ ਹੈ। ਸੋ ਹੁਣ ਗੁਰੂ ਨਾਨਕ ਪਾਤਸ਼ਾਹ ਜਦੋਂ ਕਰਤਾਰਪੁਰ ਸਾਹਿਬ ਆ ਕੇ ਟਿਕੇ ਨੇ, ਉੱਥੇ ਕੀ ਵਰਤਾਰਾ ਵਰਤਦਾ ਹੈ, ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਦਾ ਦ੍ਰਿਸ਼ ਇਸ 38ਵੀਂ ਪੌੜੀ ਦੇ ਵਿੱਚ ਖਿੱਚਦਿਆਂ ਜ਼ਿਕਰ ਕਰਦੇ ਨੇ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਫਿਰ ਧੰਨ ਗਰੀਬ ਨਵਾਜ ਗੁਰੂ ਨਾਨਕ ਗੁਰੂ ਬਾਬਾ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ। ਤੇ ਮੇਰੇ ਸਾਹਿਬ ਜੀ ਨੇ ਜਿਹੜਾ ਉਦਾਸੀ ਭੇਖ, ਜੋ ਸਾਧੂਆਂ ਵਾਲਾ ਬਾਣਾ ਇਸ ਮੁਬਾਰਕ ਸਰੀਰ ਦੇ ਉੱਤੇ ਪਹਿਨਿਆ ਸੀ, ਉਹ ਸਾਰਾ ਸੰਸਾਰ ਉਦਾਸੀ ਬਾਣਾ ਜਿਹੜਾ ਸੀ ਸਾਧੂ ਸੰਤਾਂ ਦਾ, ਉਹਨੂੰ ਉਤਾਰ ਦਿੱਤਾ। ਫਿਰ ਕੀ ਕੀਤਾ? ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਸਾਹਿਬ ਜੀ ਨੇ ਸੰਸਾਰੀ ਵਸਤਰ ਭਾਵ ਜਿਸ ਤਰ੍ਹਾਂ ਦੇ ਗ੍ਰਸਤੀ ਲੋਕ ਕੱਪੜੇ ਪਹਿਨਦੇ ਸਨ, ਕਿਉਂਕਿ ਸਾਧੂ ਲੋਕ ਗ੍ਰਸਤੀਆਂ ਨਾਲੋਂ ਵੱਖਰੇ ਰੰਗ ਦੇ ਤੇ ਵੱਖਰੇ ਤਰੀਕੇ ਦੇ ਕੱਪੜੇ ਜਿਹੜੇ ਉਹ ਪਹਿਨਦੇ ਨੇ। ਗ੍ਰਸਤੀ ਅੱਜ ਦੇ ਸਮਾਜ ਦੇ ਲੋਕ ਵੱਖ-ਵੱਖ ਫੈਸ਼ਨ ਦੇ ਕੱਪੜੇ ਪਹਿਨਦੇ ਨੇ। ਉਸ ਵਕਤ ਦੇ ਗ੍ਰਸਤੀ ਜਿਹੜੇ ਸੀ, ਜੋ ਉਸ ਵਕਤ ਸਮਾਜ ਦੇ ਅੰਦਰ ਜੋ ਬਾਣਾ ਪਹਿਰਾਵਾ ਪ੍ਰਧਾਨ ਸੀ, ਉਹ ਪਹਿਨਦੇ ਸਨ। ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਸੰਸਾਰੀ ਕੱਪੜੇ ਜਿਹੜੇ ਸਨ ਉਹ ਪਹਿਨੇ,
ਤੇ ਮੰਜੀ ਬੈਠ ਕੀਆ ਅਵਤਾਰਾ। ਮੰਜੀ ਦਾ ਭਾਵ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੱਦੀ ਦੇ ਉੱਪਰ ਸਿੰਘਾਸਨ ਆਸਣ ਦੇ ਉੱਤੇ ਸੁਭਾਇਮਾਨ ਹੋ ਕਰਕੇ ਸਾਹਿਬ ਜੀ ਨੇ ਅਵਤਾਰਾ ਭਾਵ ਬਿਰਾਜਨਾ ਕੀਤਾ ਹੈ। ਮੰਜੀ ਬੈਠ ਕੀਆ ਅਵਤਾਰਾ ਭਾਵ ਬਿਰਾਜਮਾਨ ਹੋਏ, ਉਪਦੇਸ਼ ਦੇਣ ਲੱਗੇ। ਬੇਅੰਤ ਸੰਗਤਾਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਕੋਲ ਆਉਂਦੀਆਂ ਨੇ, ਸਤਿਗੁਰਾਂ ਤੋਂ ਆਸੀਸਾਂ ਲੈਂਦੀਆਂ ਨੇ, ਉਪਦੇਸ਼ ਪ੍ਰਾਪਤ ਕਰਦੀਆਂ ਨੇ, ਚਰਨ ਪਾਹੁਲ ਲੈਂਦੀਆਂ ਨੇ। ਸੋ ਇਸੇ ਸਮੇਂ ਦੇ ਦੌਰਾਨ ਹੀ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਹਾਜ਼ਰ ਹੋ ਗਏ। ਬੇਅੰਤ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਕਸਵੱਟੀਆਂ ਲੱਗੀਆਂ, ਜਿਨ੍ਹਾਂ ਦੇ ਵਿੱਚੋਂ ਭਾਈ ਲਹਿਣਾ ਜੀ ਹਰ ਵਾਰ ਉਹਨਾਂ ਕਸਵੱਟੀਆਂ ਤੇ ਖਰੇ ਉਤਰੇ। ਕਦੀ ਚਿੱਕੜ ਵਿੱਚ ਡਿੱਗੇ ਹੋਏ ਕਟੋਰੇ ਨੂੰ ਕੱਢਣ ਦੀ ਗੱਲ ਹੋਈ, ਕਦੇ ਅੱਧੀ ਰਾਤ ਨੂੰ ਕੱਪੜੇ ਧੋਣ ਦੀ ਗੱਲ ਹੋਈ, ਕਦੀ ਮਰੀ ਹੋਈ ਚੂਹੀ ਬਾਹਰ ਸੁੱਟਣ ਦੀ ਗੱਲ ਹੋਈ, ਕਦੀ ਕਿੱਕਰਾਂ ਤੋਂ ਮਠਿਆਈਆਂ ਝਾੜਨ ਦੀ ਗੱਲ ਹੋਈ, ਕਦੀ ਇਹ ਪੁੱਛਿਆ ਗਿਆ ਰਾਤ ਕਿੰਨੀ ਬਾਕੀ ਹੈ। ਸੋ ਕਦੀ ਮੁਰਦਾ ਖਾਣ ਦੀ ਗੱਲ ਕੀਤੀ ਗਈ। ਜਿੰਨੀਆਂ ਵੀ ਕਸਵੱਟੀਆਂ ਗੁਰੂ ਨਾਨਕ ਪਾਤਸ਼ਾਹ ਨੇ ਲਾਈਆਂ, ਉਹਨਾਂ ਸਾਰੀਆਂ ਕਸਵੱਟੀਆਂ ਵਿੱਚੋਂ ਭਾਈ ਲਹਿਣਾ ਗੁਰੂ ਕਾ ਸਿੱਖ ਪਾਸ ਹੋ ਗਿਆ। ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸਰੀਰਕ ਕਾਲ ਦਾ ਸਮਾਂ ਜਿਹੜਾ ਉਹ ਨਜ਼ਦੀਕ ਜਾਣਿਆ, ਤਾਂ ਇਹ ਪਾਵਨ ਜੋਤ ਅਕਾਲ ਪੁਰਖ ਦੀ, ਉਹ ਰੱਬੀ ਇਲਾਹੀ ਜੋਤ ਜੋ ਗੁਰੂ ਨਾਨਕ ਦੇ ਸਰੀਰ ਅੰਦਰ ਵਰਤਦੀ ਹੈ, ਸਾਹਿਬ ਜੀ ਇਸ ਜੋਤ ਨੂੰ ਹੁਣ ਦੂਸਰੀ ਕਾਇਆ ਦੂਸਰੇ ਸਰੀਰ ਦੇ ਵਿੱਚ ਟਿਕਾਉਣਾ ਚਾਹੁੰਦੇ ਨੇ। ਸੋ ਸਾਰੀਆਂ ਕਸਵੱਟੀਆਂ ਲਾਉਣ ਉਪਰੰਤ ਜਦੋਂ ਭਾਈ ਲਹਿਣਾ ਜੀ ਖਰੇ ਉਤਰੇ ਪਾਸ ਹੋ ਗਏ, ਤਾਂ ਫਿਰ ਭਾਈ ਗੁਰਦਾਸ ਜੀ ਜ਼ਿਕਰ ਕਰਦੇ, ਉਲਟੀ ਗੰਗ ਵਹਾਈ ਓਨ ਗੁਰ ਅੰਗਦ ਸਿਰ ਉੱਪਰ ਧਾਰਾ। ਫਿਰ ਉਲਟੀ ਗੰਗ ਵਹਾਈ ਓਨ। ਉਲਟੀ ਗੰਗਾ ਕੀ ਸੀ ਕਿ ਦੇਖੋ, ਸਾਰੀ ਜ਼ਿੰਦਗੀ ਜਦੋਂ ਸੰਸਾਰ ਦੇ ਲੋਕਾਂ ਨੂੰ ਦੇਖਦੇ ਹਾਂ, ਸੰਸਾਰ ਦੇ ਆਪੋ ਬਣੇ ਗੁਰੂ ਵੇਖਦੇ ਹਾਂ, ਤੇ ਚੇਲਾ ਸਾਰੀ ਉਮਰ ਚੇਲਾ ਹੀ ਰਹਿੰਦਾ ਹੈ, ਸੇਵਕ ਸਾਰੀ ਜ਼ਿੰਦਗੀ ਸੇਵਕ ਹੀ ਰਹਿੰਦਾ ਹੈ। ਤੇ ਜੇ ਕਿਤੇ ਕਿਸੇ ਆਸ਼ਰਮ ਦਾ ਸੇਵਕ, ਆਸ਼ਰਮ ਦਾ ਮੁਖੀ ਬਣ ਵੀ ਜਾਵੇ, ਤਾਂ ਵੀ ਉਸ ਆਸ਼ਰਮ ਦਾ ਗੁਰੂ ਜਿਹੜਾ ਅੱਜ ਦੀ ਭਾਸ਼ਾ 'ਚ ਕਹਿ ਰਹੇ ਹਾਂ, ਤੇ ਉਹ ਕਦੀ ਆਪਣੇ ਚੇਲੇ ਦੇ ਪੈਰਾਂ ਦੇ ਉੱਤੇ ਸਿਰ ਨਹੀਂ ਰੱਖੇਗਾ। ਗੱਦੀ ਮਿਲਣ ਤੋਂ ਬਾਅਦ ਵੀ ਜਿਹੜਾ ਚੇਲਾ ਸੇਵਕ ਹੈ, ਉਹ ਗੁਰੂ ਦੇ ਪੈਰਾਂ 'ਤੇ ਹੀ ਸਿਰ ਰੱਖਦਾ ਹੈ। ਪਰ ਗੁਰੂ ਨਾਨਕ ਗੁਰੂ ਬਾਬਾ ਜੀ ਨੇ ਤਾਂ ਬਿਲਕੁਲ ਉਲਟੀ ਗੰਗਾ ਜਿਹੜੀ ਸੀ ਉਹ ਵਹਾ ਦਿੱਤੀ, ਭਾਵ ਗੁਰੂ ਅੰਗਦ ਦੇਵ, ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਰੂਪ ਕਰ ਦਿੱਤਾ। ਥਾਪਿਓ ਲਹਿਣਾ ਜੀਵੰਦਾ। ਆਪਣੇ ਸਰੀਰਕ ਕਾਲ ਦੇ ਸਮੇਂ ਦੌਰਾਨ ਹੀ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਤੇ ਟਿਕਾਇਆ, ਤੇ ਜਿਸ ਦਿਨ ਗੁਰਤਾ ਗੱਦੀ ਦਾ ਤਿਲਕ ਦਿੱਤਾ, ਉਸ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਭਾਈ ਲਹਿਣਾ ਦੇ ਚਰਨਾਂ ਉੱਤੇ ਸੀਸ ਝੁਕਾ ਦਿੱਤਾ। ਮਗਰ ਸਾਰੀ ਸੰਗਤ ਨੂੰ, ਪਰਿਵਾਰ ਦੇ ਜੀਆਂ ਨੂੰ ਵੀ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਸਾਡੀ ਜੋਤ ਭਾਈ ਲਹਿਣਾ ਦੇ ਅੰਦਰ ਟਿਕ ਗਈ, ਸੋ ਤੁਸਾਂ ਨੇ ਸਾਡਾ ਰੂਪ ਕਰਕੇ ਜਾਣਨਾ, ਇਹਨਾਂ ਨੂੰ ਨਮਸਕਾਰ ਕਰਨੀ, ਇਹਨਾਂ ਦਾ ਅਦਭੁਤ ਸਤਿਕਾਰ ਕਰਨਾ, ਉਪਦੇਸ਼ ਪ੍ਰਾਪਤ ਕਰਨਾ, ਗੁਰੂ ਰੂਪ ਜਾਣਨਾ। ਤੇ ਆਪ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣਾ ਗੁਰੂ ਅੰਗਦ ਦੇਵ ਮਹਾਰਾਜ ਦੇ ਮੁਬਾਰਕ ਚਰਨਾਂ ਤੇ ਸੀਸ ਝੁਕਾਇਆ। ਹੁਣ ਇਸ ਘਟਨਾ ਨੂੰ ਜਦੋਂ ਆਮ ਲੋਕਾਂ ਨੇ ਦੇਖਿਆ, ਕਹਿੰਦੇ ਇਹ ਤਾਂ ਗੁਰੂ ਨਾਨਕ ਗੁਰੂ ਬਾਬੇ ਨੇ ਉਲਟੀ ਗੰਗਾ ਵਹਾ ਦਿੱਤੀ, ਅੱਜ ਤੱਕ ਕਦੀ ਗੁਰੂ ਚੇਲੇ ਦੇ ਪੈਰਾਂ ਤੇ ਝੁਕਿਆ ਨਹੀਂ, ਪਰ ਗੁਰੂ ਨਾਨਕ ਖੁਦ ਗੁਰੂ ਰੂਪ ਹੋ ਕੇ ਸੇਵਕ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ। ਸੋ ਇਸ ਤਰ੍ਹਾਂ ਉਲਟੀ ਗੰਗ ਵਹਾਇਓਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਇਸ ਤਰ੍ਹਾਂ ਨਮਸਕਾਰ ਕੀਤੀ। ਫਿਰ ਥਾਪਿਆ, ਧਾਰਿਆ ਦਾ ਭਾਵ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰੂ ਰੂਪ ਕਰਕੇ ਥਾਪ ਦਿੱਤਾ ਹੈ। ਸੋ ਉਸ ਤੋਂ ਅੱਗੇ ਜ਼ਿਕਰ ਕਰਦੇ, ਪੁੱਤਰੀ ਕੌਲ ਨਾ ਪਾਲਿਆ ਮਨ ਖੋਟੇ ਆਕੀ ਨਸਿਆਰਾ। ਸੋ ਜਿਵੇਂ ਪਿੱਛੇ ਜ਼ਿਕਰ ਕੀਤਾ, ਗੁਰ ਅੰਗਦ ਸਿਰ ਉੱਪਰ ਧਾਰਾ, ਗੁਰੂ ਅੰਗਦ ਦੇਵ ਮਹਾਰਾਜ ਦੇ ਸੀਸ ਉੱਤੇ ਛਤਰ ਝੁਲਾ ਦਿੱਤੇ, ਭਾਵ ਉਹਨਾਂ ਨੂੰ ਗੁਰੂ ਥਾਪ ਦਿੱਤਾ। ਉਸ ਤੋਂ ਬਾਅਦ ਹੁਣ ਜਦੋਂ ਪੁੱਤਰਾਂ ਦੀ ਗੱਲ ਚੱਲੀ, ਪੁੱਤਰਾਂ ਨੂੰ ਗੱਦੀ ਕਿਉਂ ਨਾ ਮਿਲ ਸਕੀ, ਤਾਂ ਬਾਣੀ ਅੰਦਰ ਵੀ ਬਚਨ ਆਉਂਦਾ ਹੈ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰਹੁ ਕੰਨ ਮੁਰੱਟੀ ਹੈ। ਸੋ ਭਾਈ ਸਾਹਿਬ ਵੀ ਜ਼ਿਕਰ ਕਰਦੇ ਨੇ ਕਿ ਪੁੱਤਰ, ਇੱਥੇ ਪੁੱਤਰੀ ਜਦੋਂ ਪਾਠ ਕਰਾਂਗੇ ਉਹਦਾ ਅਰਥ ਬਣੇਗਾ ਪੁੱਤਰਾਂ ਨੇ ਪੁੱਤਰੀ ਕੌਲ ਨਾ ਪਾਲਿਆ। ਬਚਨ ਜਿਹੜਾ ਸੀ ਬਾਬਾ ਸ਼੍ਰੀ ਚੰਦ ਜੀ ਨੇ, ਬਾਬਾ ਲਖਮੀ ਦਾਸ ਨੇ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਨਹੀਂ ਪਾਲਿਆ। ਜੇ ਕਦੀ ਕੱਪੜੇ ਧੋਣ ਦੀ ਗੱਲ ਆਈ, ਸ਼ਬਦ ਕਿਹਾ, ਪਿਤਾ ਜੀ ਸਵੇਰੇ ਵੀ ਤੇ ਦਿਨ ਚੜ੍ਹਨਾ ਹੈ, ਕੱਲ੍ਹ ਨੂੰ ਆਪਾਂ ਤੁਹਾਡੇ ਵਸਤਰ ਜਿਹੜੇ ਧੋ ਦੇਵਾਂਗੇ।
ਜੇ ਰਾਤ ਦੇਖਣ ਦੀ ਗੱਲ ਆਈ ਉਦੋਂ ਵੀ ਜਵਾਬ, ਜੇ ਚਿੱਕੜ 'ਚੋਂ ਕਟੋਰਾ ਕੱਢਣ ਦੀ ਗੱਲ ਆਈ, ਸਾਡੇ ਇੰਨੇ ਸੋਹਣੇ ਕੱਪੜੇ ਅਸੀਂ ਚਿੱਕੜ 'ਚ ਨਹੀਂ ਵੜ ਸਕਦੇ। ਜੇ ਕਿੱਕਰ ਹਿਲਾਉਣ ਦੀ ਗੱਲ ਆਈ ਤੇ ਜਵਾਬ ਸੀ, ਕਦੀ ਕਿੱਕਰਾਂ ਤੋਂ ਵੀ ਮਠਿਆਈਆਂ ਝੜੀਆਂ ਨੇ। ਸੋ ਇਸ ਤਰ੍ਹਾਂ ਜਦੋਂ ਵੀ ਕਦੀ ਬਚਨ ਕਹੇ ਤਾਂ ਪੁੱਤਰਾਂ ਨੇ ਗੁਰੂ ਕਾ ਬਚਨ ਜਿਹੜਾ ਸੀ ਉਹ ਨਾ ਕਮਾਇਆ, ਕੇਵਲ ਗੁਰੂ ਨੂੰ ਪਿਤਾ ਰੂਪ ਕਰਕੇ ਜਾਣਿਆ। ਇਸ ਕਰਕੇ ਮਨ ਖੋਟੇ ਆਕੀ ਨਸਿਆਰਾ, ਮਨ ਦੇ ਵਿੱਚ ਇਹ ਇੱਕ ਪ੍ਰਕਾਰ ਦੀ ਖੋਟ ਆ ਗਈ ਤੇ ਖੋਟਾ ਮਨ ਜਿਹੜਾ ਸੀ ਆਕੀ ਹੋ ਕੇ ਨਸਣ ਵਾਲਾ ਹੋ ਗਿਆ। ਜਦੋਂ ਮਨ ਬਾਗੀ ਹੋ ਜਾਂਦਾ ਹੈ ਉਦੋਂ ਨਸ ਉੱਠਦਾ ਹੈ। ਮਨ ਖੋਟੇ ਹੋ ਗਏ, ਮਨ ਬਾਗੀ ਹੋ ਗਏ, ਇਸ ਕਰਕੇ ਗੁਰੂ ਕੇ ਸ਼ਬਦ ਨੂੰ ਕਮਾਉਣ ਤੋਂ ਨਸ ਉੱਠੇ ਹਨ। ਫਿਰ ਜ਼ਿਕਰ ਕਰਦੇ, ਬਾਣੀ ਮੁਖੋਂ ਉਚਾਰੀਐ ਹੋਏ ਰੁਸਨਾਈ ਮਿਟੈ ਅੰਧਿਆਰਾ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਅਗਲਾ ਹੁਕਮ ਕੀਤਾ ਹੈ, ਕਰਤਾਰਪੁਰ ਸਾਹਿਬ ਦੇ ਵਿੱਚ ਬਾਣੀ ਦਾ ਉਚਾਰਨ ਕੀਤਾ। ਕਰਤਾਰਪੁਰ ਸਾਹਿਬ ਬੈਠ ਕੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ। ਫਿਰ ਗੁਰੂ ਅੰਗਦ ਦੇਵ ਮਹਾਰਾਜ ਨੂੰ ਵੀ ਹੁਕਮ ਕੀਤਾ, ਬਾਣੀ ਮੁਖੋਂ ਉਚਾਰੀਐ, ਆਪਣੀ ਪਾਵਨ ਰਸਨਾ ਤੋਂ ਤੁਸੀਂ ਬਾਣੀ ਉਚਾਰਨ ਕਰਨੀ। ਕੀ ਹੋਏਗਾ ਇਹਦੇ ਨਾਲ? ਤੇ ਸਤਿਗੁਰੂ ਜੀ ਬੜੇ ਪਿਆਰ ਨਾਲ ਜਵਾਬ ਦਿੰਦੇ ਹੋਏ, ਰੁਸਨਾਈ ਮਿਟੈ ਅੰਧਿਆਰਾ, ਜੱਗ ਦੇ ਅੰਦਰ ਅਗਿਆਨਤਾ ਦਾ ਅੰਧਕਾਰ ਜਿਹੜਾ ਹੈ ਉਹ ਮਿਟ ਜਾਏਗਾ ਤੇ ਸਾਰੀ ਮਨੁੱਖਤਾ ਦੇ ਅੰਦਰ ਅਵਿਦਿਆ ਦਾ ਹੰਕਾਰ, ਅਵਿਦਿਆ ਦਾ ਅੰਧਕਾਰ ਮਿਟੇਗਾ ਤੇ ਹੋਏ ਰੁਸ਼ਨਾਈ, ਸ਼ਬਦ ਦਾ, ਗੁਰੂ ਕੇ ਗਿਆਨ ਦਾ ਚਾਨਣ ਜਿਹੜਾ ਉਹ ਸਾਰਿਆਂ ਅੰਦਰ ਹੋਵੇਗਾ। ਸੋ ਇਸ ਤਰ੍ਹਾਂ ਬਾਣੀ ਮੁਖ ਉਚਾਰੀਏ, ਆਪ ਵੀ ਬਾਣੀ ਉਚਾਰਨ ਕਰਦੇ ਨੇ ਤਾਂ ਸਾਰਿਆਂ ਦੇ ਹਿਰਦੇ 'ਚੋਂ ਅਗਿਆਨਤਾ ਦਾ ਅੰਧਕਾਰ ਮਿਟਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਵੀ ਇਸ ਪ੍ਰਕਾਰ ਸਤਿਗੁਰਾਂ ਨੇ ਹੁਕਮ ਕੀਤਾ ਹੈ। ਫਿਰ ਹੋਰ ਅਰਥ ਅੰਦਰ ਕਹੀਏ ਤਾਂ ਜਦੋਂ ਗੁਰੂ ਨਾਨਕ ਦਾ ਇਹ ਸਿਧਾਂਤ ਪੜ੍ਹਦੇ ਹਾਂ ਕਿ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ, ਤਾਂ ਆਈ ਹੋਈ ਸੰਗਤ ਨੂੰ ਵੀ ਸਾਹਿਬ ਜੀ ਕਹਿੰਦੇ ਬਾਣੀ ਮੁਖੋਂ ਉਚਾਰੀ ਹੈ। ਹੁਣ ਉੱਥੇ ਉਚਾਰੀਏ ਦਾ ਅਰਥ ਇਹ ਨਹੀਂ ਬਾਣੀ ਦੀ ਰਚਨਾ ਕਰਨੀ। ਉਚਾਰੀਏ ਦਾ ਅਰਥ ਹੈ ਜੋ ਗੁਰੂ ਕੀ ਬਾਣੀ ਹੈ ਉਹਦਾ ਰੋਜ਼ ਉਚਾਰਨ ਕਰੋ, ਉਹਦਾ ਜਾਪ ਕਰੋ, ਉਸ ਬਾਣੀ ਨੂੰ ਪੜ੍ਹਨਾ ਕਰੋ ਧਰਮਸ਼ਾਲਾ ਵਿੱਚ ਸਵੇਰੇ ਸ਼ਾਮ ਬਹਿ ਕੇ। ਜਦੋਂ ਸੁਬਾਹ ਸ਼ਾਮ ਆਪ ਜੀ ਬਾਣੀ ਪੜ੍ਹੋਗੇ, ਇਹਦੇ ਨਾਲ ਫਿਰ ਹੋਏ ਰੁਸ਼ਨਾਈ ਮਿਟੈ ਅੰਧਿਆਰਾ, ਤੁਹਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟੇਗਾ ਤੇ ਜੀਵਨ ਵਿੱਚ ਗੁਰੂ ਕੇ ਸਿਧਾਂਤ, ਗੁਰੂ ਕੇ ਗਿਆਨ ਦਾ ਪ੍ਰਕਾਸ਼ ਹੋਵੇਗਾ। ਫਿਰ ਜ਼ਿਕਰ ਕਰਦੇ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉਠੇ ਧੁਨਕਾਰਾ। ਸੋ ਇਸ ਤਰ੍ਹਾਂ ਗਿਆਨ ਗੋਸ਼ਟ ਹੁੰਦੀ ਹੈ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਚਰਚਾ ਸਦਾ, ਬੇਅੰਤ ਸਾਧੂ ਸੰਤ ਜਿਹੜੇ ਨੇ ਗੁਰੂ ਨਾਨਕ ਪਾਤਸ਼ਾਹ ਕੋਲ ਆਉਂਦੇ ਨੇ, ਆ ਕੇ ਉਸ ਬ੍ਰਹਮ ਦੀ, ਉਸ ਅਕਾਲ ਪੁਰਖ ਦੀ, ਉਸ ਪਰਿਪੂਰਨ ਪਰਮਾਤਮਾ ਦੀ ਚਰਚਾ ਕਰਦੇ ਨੇ। ਸ਼ੰਕਾ ਨਹੀਂ ਕਰਦੇ, ਕਿਉਂਕਿ ਸ਼ੰਕਾ ਕਰਨਾ ਇੱਕ ਅਲੱਗ ਚੀਜ਼ ਹੈ, ਵਿਚਾਰ ਚਰਚਾ ਕਰਨੀ, ਜੋ ਸਾਨੂੰ ਨਹੀਂ ਆਉਂਦਾ ਉਹ ਸਾਨੂੰ ਪਤਾ ਲੱਗ ਸਕੇ। ਜੋ ਇਸ ਮਾਰਗ 'ਤੇ ਚੱਲਦਿਆਂ ਸਾਡੇ ਅੰਦਰ ਕੋਈ ਰੁਕਾਵਟ ਆ ਰਹੀ, ਗੁਰੂ ਨਾਲ ਵਿਚਾਰ ਚਰਚਾ ਕਰਕੇ ਉਹ ਰੁਕਾਵਟ ਜਿਹੜੀ ਉਹ ਖਤਮ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਸਦਾ ਉਸ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਸ਼ਬਦ ਦੀ ਚਰਚਾ ਹੋਣ ਲੱਗੀ, ਸਾਧੂ ਜਨਾਂ ਦੇ ਨਾਲ ਚਰਚਾ ਹੋਣ ਲੱਗੀ, ਜਿਸ ਦੇ ਸਦਕਾ ਕੀ ਹੋਇਆ, ਦਿਨ ਰਾਤ ਉੱਥੇ ਬਾਣੀ ਦਾ ਅਨਹਦ ਨਾਦ ਦਾ, ਅਨਾਹਦ ਬਾਣੀ ਦਾ ਪ੍ਰਵਾਹ ਜਿਹੜਾ ਉਹ ਚੱਲਣ ਲੱਗਾ। ਅਨਹਦ ਸ਼ਬਦ ਉੱਠੇ ਧੁਨਕਾਰਾ, ਭਾਵ ਦਿਨ ਰਾਤ ਉੱਥੇ ਬਾਣੀ ਦੀ ਧੁਨੀ ਜਿਹੜੀ ਹੋਣ ਲੱਗੀ। ਸਵੇਰੇ ਸ਼ਾਮ ਇਲਾਹੀ ਬਾਣੀ ਦੇ ਕੀਰਤਨ, ਕਥਾ, ਜਪ ਆਦਿਕ ਬਾਣੀ ਜਿਹੜੀ ਹੈ ਸੋ ਸਾਹਿਬ ਜੀ ਦੀ ਕਿਰਪਾ ਨਾਲ ਗਾਵੀ ਜਾਣ ਲੱਗੀ ਹੈ। ਫਿਰ ਕਿਰਪਾ ਕਰਦੇ, ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਸੋ ਸਾਹਿਬ ਨੇ ਫਿਰ ਹੁਕਮ ਕੀਤਾ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਵੀ ਹੁਕਮ ਕੀਤਾ ਕਿ ਤੁਸੀਂ ਇਸ ਅਸਥਾਨ 'ਤੇ ਹੁਣ ਟਿਕੇ ਹੋ। ਉਸ ਤੋਂ ਬਾਅਦ ਦਾ ਹੁਕਮ ਖਡੂਰ ਸਾਹਿਬ ਜਾਣ ਦਾ ਸੀ, ਜਿੰਨਾ ਸਮਾਂ ਟਿਕੇ ਹੋ। ਉਸ ਤੋਂ ਬਾਅਦ ਜਦੋਂ ਖਡੂਰ ਸਾਹਿਬ ਚਲੇ ਜਾਣਾ ਹੈ ਤਾਂ ਗੁਰੂ ਘਰ ਦੀ ਮਰਿਆਦਾ ਕੀ ਹੈ ਕਿ ਸੋਦਰ ਆਰਤੀ ਗਾਵੀ ਹੈ। ਸੰਧਿਆ ਦੇ ਸਮੇਂ ਸੋਦਰ ਰਹਿਰਾਸ ਸਾਹਿਬ ਦਾ ਪਾਠ, ਫਿਰ ਆਰਤੀ ਦਾ ਗਾਇਨ ਅਤੇ ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਪ ਭਾਵ ਕਿ ਜਪਜੀ ਸਾਹਿਬ ਦੀ ਬਾਣੀ ਦਾ ਉਚਾਰਨ ਕਰਨਾ ਹੈ, ਬਾਣੀ ਪੜ੍ਹਨੀ ਹੈ। ਫਿਰ ਕਰਤਾਰਪੁਰ ਸਾਹਿਬ ਵੀ ਇਹੀ ਮਰਿਆਦਾ ਵਰਤਦੀ ਰਹੀ। ਤੇ ਮੈਂ ਜਿਵੇਂ ਜ਼ਿਕਰ ਕੀਤਾ, ਸਿੱਖਾਂ ਨੂੰ ਵੀ ਹੁਕਮ ਕੀਤਾ ਕਿ ਤੁਸੀਂ ਘਰਾਂ ਦੇ ਵਿੱਚ ਬਹਿ ਕੇ, ਸਿੱਖ ਦੁਨੀਆ 'ਚ ਜਿੱਥੇ ਮਰਜ਼ੀ ਹੋਵੇ, ਸ਼ਾਮ ਨੂੰ ਸੋਦਰ ਦਾ ਪਾਠ, ਆਰਤੀ, ਸੌਣ ਲੱਗਿਆਂ ਕੀਰਤਨ, ਸੋਹਿਲਾ ਸਾਹਿਬ ਦੀ ਬਾਣੀ,
ਅੰਮ੍ਰਿਤ ਵੇਲੇ ਕਲਗੀਧਰ ਪਾਤਸ਼ਾਹ ਜੀ ਨੇ 5 ਬਾਣੀਆਂ ਦੇ ਨਿਤਨੇਮ ਦਾ ਹੁਕਮ ਦਿੱਤਾ। ਉਸ ਵਕਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਹੁਕਮ ਕੀਤਾ ਸੀ ਤਾਂ ਸਾਹਿਬ ਨੇ ਕਿਹਾ ਸਿੱਖ ਅੰਮ੍ਰਿਤ ਵੇਲੇ ਜਪ ਭਾਵ ਕਿ ਜਪਜੀ ਸਾਹਿਬ ਦੀ ਪਾਵਨ ਬਾਣੀ ਜਿਹੜੀ ਹੈ ਉਹਨੂੰ ਜ਼ਰੂਰ ਪੜ੍ਹੇ। ਫਿਰ ਜ਼ਿਕਰ ਕਰਦੇ ਗੁਰਮੁਖ ਭਾਰ ਅਥਰਬਣ ਤਾਰਾ। ਇਸ ਤਰ੍ਹਾਂ ਗੁਰਮੁਖਾਂ ਨੇ ਜੋ ਅਥਰਬਣ ਵੇਦ ਦਾ ਭਾਰ ਸੀਗਾ ਸੰਸਾਰ ਦੇ ਉੱਤੇ ਉਹ ਲਾ ਕੇ ਸੁੱਟ ਦਿੱਤਾ। ਜੋ ਕਰਮ ਕਾਂਡਾਂ ਦਾ ਬੋਝ ਪਿਆ ਹੋਇਆ ਸੀ ਮਨੁੱਖਤਾ ਤੇ, ਗੁਰਮੁਖਾਂ ਨੇ ਉਹ ਬੋਝ ਦੀਆਂ ਪੰਡਾਂ ਕਰਮ ਕਾਂਡਾਂ ਦੀਆਂ ਲਾ ਕੇ ਸੁੱਟ ਦਿੱਤੀਆਂ ਤੇ ਸ਼ਬਦ ਗੁਰੂ ਬਾਣੀ ਦੇ ਉੱਤੇ ਪੂਰਨ ਭਰੋਸਾ ਜਿਹੜਾ ਉਹ ਕਰ ਲਿਆ। ਅਥਰਬਣ ਵੇਦ ਨੂੰ ਮੰਨਣ ਵਾਲਿਆਂ ਨੇ ਕਰਮਾਂ ਤੇ ਭਰੋਸਾ ਕੀਤਾ ਸੀ ਕਿ ਕਰਮਾਂ ਦੇ ਨਾਲ ਸਾਡਾ ਪਾਰ ਉਤਾਰਾ ਹੋਣਾ ਹੈ, ਕਰਮਾਂ ਦੇ ਨਾਲ ਅਸੀਂ ਮੁਕਤ ਹੋ ਜਾਣਾ ਹੈ, ਚੰਗੇ ਕਰਮ ਕਰੋ, ਇਸ ਤਰ੍ਹਾਂ ਕਰੋ, ਉਸ ਤਰ੍ਹਾਂ ਕਰੋ। ਤਾਂ ਗੁਰਮੁਖਾਂ ਨੇ ਉਹ ਅਥਰਬਣ ਵੇਦ ਦਾ ਭਾਰ ਜਿਹੜਾ ਸੀ ਉਹਨੂੰ ਲਾ ਕੇ ਸੁੱਟ ਦਿੱਤਾ ਤੇ ਗੁਰੂ ਕੇ ਸ਼ਬਦ ਤੇ ਭਰੋਸਾ ਕਰਕੇ ਗੁਰਮੁਖ ਪਿਆਰੇ ਗੁਰੂ ਜਪਣ ਲੱਗੇ। ਇੰਜ ਕਰਤਾਰਪੁਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਟਿਕੇ ਨੇ। ਬੇਅੰਤ ਸੰਗਤਾਂ ਜਿਹੜੀਆਂ ਨੇ ਇਸੇ ਤਰ੍ਹਾਂ ਆ ਰਹੀਆਂ ਨੇ। ਹੁਣ ਲਾਗੇ ਹੀ ਜਦੋਂ ਸ਼ਿਵਰਾਤਰੀ ਦਾ ਮੇਲਾ ਸੁਣਿਆ ਅਚਲ ਬਟਾਲਾ ਸਾਹਿਬ ਦੀ ਧਰਤੀ ਤੇ, ਤਾਂ ਗੁਰੂ ਨਾਨਕ ਪਾਤਸ਼ਾਹ ਜਿਵੇਂ ਪਹਿਲਾਂ ਜਿੱਥੇ ਵੀ ਜਾਂਦੇ ਨੇ ਦੇਖਦੇ ਨੇ ਉੱਥੇ ਹੀ ਜਾਂਦੇ ਨੇ ਜਿੱਥੇ ਦੁਨੀਆ ਇਕੱਠੀ ਹੋਈ ਹੋਵੇ, ਕਿਉਂਕਿ ਅੱਜ ਦੇ ਮੀਡੀਆ ਦਾ ਯੁੱਗ ਨਹੀਂ ਸੀ ਕਿ ਦੁਨੀਆ ਇੱਕ ਮਿੰਟ ਵਿੱਚ ਇਕੱਠੀ ਕਰ ਲਓ ਜਾਂ ਮੀਡੀਆ ਦੇ ਥਰੂ ਤੁਸੀਂ ਲੋਕਾਂ ਤੱਕ ਗੱਲ ਪਹੁੰਚਾ ਦਿਓ। ਕੁੰਭ ਦੇ ਮੇਲੇ ਤੇ ਲੋਕ ਇਕੱਠੇ ਹੋਏ, ਗੁਰੂ ਨਾਨਕ ਨੇ ਉੱਥੇ ਗੱਲ ਰੱਖੀ ਜਾ ਕੇ। ਜਗਨਨਾਥਪੁਰੀ ਲੋਕ ਇਕੱਠੇ ਹੋਏ, ਮੱਕੇ ਦੀ ਧਰਤੀ 'ਤੇ ਲੋਕ ਇਕੱਠੇ ਹੋਏ। ਜਿੱਥੇ ਦੁਨੀਆ ਇਕੱਠੀ ਹੁੰਦੀ ਸੀ ਉੱਥੇ ਇੱਕ ਐਸਾ ਪਲੇਟਫਾਰਮ ਸੀ ਜਿੱਥੇ ਬਹਿ ਕੇ ਆਪਣੀ ਗੱਲ ਤੁਸੀਂ ਦੁਨੀਆ ਤੱਕ ਪਹੁੰਚਾ ਸਕਦੇ ਸੀ। ਤੇ ਹੁਣ ਸ਼ਿਵਰਾਤਰੀ ਦਾ ਮੇਲਾ ਆਇਆ ਤੇ ਉੱਥੇ ਗੁਰੂ ਨਾਨਕ ਪਾਤਸ਼ਾਹ ਪਹੁੰਚਦੇ ਨੇ। ਉੱਥੇ ਜੋ ਖੇਡ ਵਰਤਦੀ ਹੈ, ਇਸ ਪਾਵਨ 39ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਜ਼ਿਕਰ ਕਰਦੇ, ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਸੋ ਸ਼ਿਵਰਾਤਰੀ ਦਾ ਮੇਲਾ ਸੁਣ ਕੇ ਧੰਨ ਗੁਰੂ ਨਾਨਕ ਗੁਰੂ ਬਾਬਾ ਜੀ ਅਚਲ ਬਟਾਲਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਉਣਾ ਕੀਤਾ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਮੇਲੇ ਦੇ ਵਿੱਚ ਪਹੁੰਚਦੇ ਨੇ ਤਾਂ ਗੁਰੂ ਨਾਨਕ ਦਾ ਨਾਮ ਤੇ ਚਾਰੇ ਕੁੰਟਾਂ ਦੇ ਵਿੱਚ ਗੂੰਜਦਾ ਹੈ। 4 ਉਦਾਸੀਆਂ ਗੁਰੂ ਸਾਹਿਬ ਜੀ ਦੀਆਂ, ਅੱਜ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ 4 ਉਦਾਸੀਆਂ। ਕੌਣ ਹੈ ਦੁਨੀਆ ਜੋ ਗੁਰੂ ਨਾਨਕ ਨੂੰ ਨਹੀਂ ਜਾਣਦਾ। ਉਸ ਵਕਤ ਵੈਸੇ ਵਿਦਵਾਨਾਂ ਨੇ ਇਹ ਅਚਲ ਬਟਾਲਾ ਸਾਹਿਬ ਵਾਲੀ ਉਦਾਸੀ ਜਿਹੜੀ ਇਹ ਬਾਅਦ 'ਚ ਹੁੰਦੀ ਹੈ। ਇਸ ਤੋਂ ਪਹਿਲਾਂ ਜਿਤਨੀਆਂ ਉਦਾਸੀਆਂ ਨੇ ਬਾਕੀ ਕਰਤਾਰਪੁਰ ਸਾਹਿਬ ਜਾਂ ਕਹਿ ਦਈਏ ਪੰਜਾਬ ਦੀ ਧਰਤੀ ਤੇ ਬੱਚਾ ਗੁਰੂ ਨਾਨਕ ਪਾਤਸ਼ਾਹ ਨੂੰ ਜਾਣਦਾ ਹੈ। ਹੁਣ ਜਦੋਂ ਸ਼ਿਵਰਾਤਰੀ ਦੇ ਮੇਲੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਉਣਾ ਕੀਤਾ ਹੈ ਤਾਂ ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ। ਪਤਾ ਲੱਗਾ ਗੁਰੂ ਨਾਨਕ ਆਏ ਨੇ ਇਸ ਮੇਲੇ ਦੇ ਵਿੱਚ ਤਾਂ ਸਾਰੀ ਲੋਕਾਈ, ਜਿਤਨੇ ਲੋਕ ਮੇਲੇ ਦੇ ਵਿੱਚ ਹਾਜ਼ਰ ਸਨ, ਸਾਰੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਦੇ ਵਾਸਤੇ ਇਕੱਠੇ ਹੋ ਗਏ। ਉਲਟ ਪਈ ਭਾਵ ਲੋਕਾਈ, ਇੱਕ ਤੋਂ ਇੱਕ ਬੰਦਾ ਜਿਹੜਾ ਅਗਾਂਹ ਹੋ ਕੇ ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਦੌੜਿਆ ਆਇਆ। ਲੱਗੀ ਬਰਸਨ ਲక్ష్ਮੀ ਰਿੱਧ ਸਿੱਧ ਨੌ ਨਿਧ ਸਵਾਈ। ਮਾਇਆ ਦੀਆਂ ਵਰਖਾ ਹੋਣ ਲੱਗੀਆਂ। ਭਾਵੇਂ ਗੁਰੂ ਨਾਨਕ ਪਾਤਸ਼ਾਹ ਕਿਸੇ ਪ੍ਰਕਾਰ ਦੀ ਮਾਇਆ ਦੀ ਅੰਦਰ ਚਾਹਨਾ ਨਹੀਂ ਰੱਖਦੇ, ਨਾ ਗੁਰੂ ਕਦੀ ਇਸ ਤਰ੍ਹਾਂ ਦੀ ਲੋੜ ਮਹਿਸੂਸ ਕਰਦਾ ਕਿਸੇ ਤੋਂ, ਪਰ ਸਿੱਖ ਦੀ ਭਾਵਨਾ ਹੈ ਅੱਜ ਵੀ ਜਦੋਂ ਗੁਰੂ ਦੇ ਦੀਦਾਰ ਕਰਦਾ ਤਾਂ ਸਿੱਖ ਆਪਣੀਆਂ ਭੇਟਾਂ, ਆਪਣੀ ਮਾਇਆ ਗੁਰੂ ਅੱਗੇ ਭੇਟਾ ਜ਼ਰੂਰ ਕਰਦਾ। ਸੋ ਇਸ ਤਰ੍ਹਾਂ ਸੰਗਤਾਂ ਗੁਰੂ ਨਾਨਕ ਦੇ ਦਰਸ਼ਨ ਕਰਨ ਆਈਆਂ, ਇੰਨੀ ਕੁ ਭੇਟਾ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਰੱਖ ਦਿੱਤੀ। ਲੱਗੀ ਬਰਸਨ ਲక్ష్ਮੀ, ਮਾਇਆ ਜਿਹੜੀ ਸੀ ਉਹ ਵਰਸਣ ਲੱਗੀ ਹੈ। ਇੰਨੀ ਮਾਇਆ ਇਕੱਠੀ ਹੋ ਗਈ, ਰਿੱਧਾਂ ਸਿੱਧਾਂ 9 ਨਿੱਧਾਂ ਜਿਹੜੀਆਂ ਸੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਵਿੱਚ ਵਧੇਕ ਤੌਰ ਤੇ ਹਾਜ਼ਰ ਹੋ ਗਈਆਂ। ਭਾਵ ਇਹ ਵੀ ਬਹੁਤ ਵੱਡੇ ਰੂਪ ਵਿੱਚ ਆ ਹਾਜ਼ਰ ਹੋਈਆਂ। ਜੋਗੀ ਦੇਖ ਚਲਿਤਰਨੋ ਮਨ ਵਿੱਚ ਰਿਸਕ ਘਨੇਰੀ ਖਾਈ। ਹੁਣ ਜੋਗੀ ਵੀ ਉਸ ਅਚਲ ਬਟਾਲਾ ਸਾਹਿਬ ਦੀ ਧਰਤੀ ਤੇ ਇਕੱਠੇ ਹੋਏ ਨੇ, ਕਿਉਂਕਿ ਸ਼ਿਵਰਾਤਰੀ ਦਾ ਮੇਲਾ ਸੀ, ਸ਼ਿਵ ਜੀ ਦਾ ਮੇਲਾ ਸੀ ਤੇ ਸ਼ਿਵ ਜੀ ਨੂੰ ਮੰਨਣ ਵਾਲੇ ਜਿਹੜੇ ਜੋਗੀ ਨੇ ਉਨੀ ਦਿਨੀ ਉੱਥੇ ਪਹੁੰਚਦੇ ਨੇ, ਅੱਜ ਵੀ ਉੱਥੇ ਪਹੁੰਚਦੇ ਨੇ ਤੇ ਬਹੁਤ ਜ਼ਿਆਦਾ ਉੱਥੇ ਉਹ ਸ਼ਿਵ ਜੀ ਦੇ ਉਪਾਸ਼ਕ ਜਿਹੜੇ ਨੇ ਉਹ ਸ਼ਿਵ ਜੀ ਦੇ ਰੂਪ ਧਾਰਦੇ ਨੇ। ਜੋਗੀ ਜੋਗ ਮਤ ਦਾ ਉਪਦੇਸ਼ ਪ੍ਰਚਾਰ ਕਰਦੇ। ਪਹਿਲਾਂ ਲੋਕ ਉਹਨਾਂ ਨੂੰ ਜਾ ਕੇ ਪੂਜਦੇ ਹੁੰਦੇ ਸੀ, ਪਰ ਅੱਜ ਜਦੋਂ ਗੁਰੂ ਨਾਨਕ ਪਾਤਸ਼ਾਹ ਪਹੁੰਚ ਗਏ
ਕੋਈ ਵੀ ਬੰਦਾ ਜੋਗੀਆਂ ਕੋਲ ਗਿਆ ਹੀ ਨਹੀਂ, ਸਾਰੇ ਲੋਕ ਗੁਰੂ ਨਾਨਕ ਪਾਤਸ਼ਾਹ ਕੋਲ ਹਾਜ਼ਰ ਹੋ ਗਏ। ਹੁਣ ਜੋਗੀਆਂ ਨੇ ਜਦੋਂ ਇਹ ਚਲਿੱਤਰ ਦੇਖਿਆ, ਸਾਡੇ ਕੋਲ ਤੇ ਆਇਆ ਹੀ ਕੋਈ ਨਹੀਂ, ਜਿੰਨੀ ਮਾਇਆ ਆਏ ਸਾਲ ਸਾਨੂੰ ਬਣਦੀ ਇਸ ਮੇਲੇ 'ਚ, ਉਹ ਸਾਰੀ ਤੇ ਗੁਰੂ ਨਾਨਕ ਨੂੰ ਭੇਟਾ ਕਰਤੀ ਲੋਕਾਂ ਨੇ। ਹੁਣ ਮਾਇਆ ਦੀ ਸਾਰੀ ਖੇਡ ਸੀ। ਜਦੋਂ ਇਸ ਚਲਿੱਤਰ ਨੂੰ ਇਹਨਾਂ ਨੇ ਵੇਖਿਆ, ਇਸ ਖੇਡ ਨੂੰ, ਮਨ ਵਿੱਚ ਰਿਸਕ ਕਨੇਰੀ ਖਾਈ, ਮਨ ਦੇ ਵਿੱਚ ਬਹੁਤ ਜ਼ਿਆਦਾ ਈਰਖਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਇਹਨਾਂ ਨੇ ਖਾਧੀ ਹੈ, ਖੁਣਸ ਖਾਧੀ ਹੈ। ਸੋ ਇਸ ਤਰ੍ਹਾਂ ਈਰਖਾ ਘਿਰਣਾ ਗੁਰੂ ਨਾਨਕ ਪਾਤਸ਼ਾਹ ਨਾਲ ਕੀਤੀ। ਮੇਲੇ ਦੇ ਵਿੱਚ ਜਿਸ ਤਰ੍ਹਾਂ ਰਾਸ ਧਾਰੀਏ ਹੁੰਦੇ ਨੇ, ਅੱਜ ਵੀ ਮੇਲਿਆਂ ਦੇ ਵਿੱਚ ਨਾਟਕ ਕਰਨ ਵਾਲੇ ਫਿਰਦੇ ਨੇ। ਰਾਸ ਧਾਰੀਏ ਰਾਸਾਂ ਪਾਉਂਦੇ ਸੀ, ਅੱਜ ਥੋੜ੍ਹਾ ਜਿਹਾ ਯੁੱਗ ਹੋਰ ਤਰੀਕੇ ਦਾ, ਲੋਕਾਂ ਦਾ ਮਨੋਰੰਜਨ ਵੱਖ-ਵੱਖ ਤਰੀਕਿਆਂ ਨਾਲ ਕਰਦੇ ਨੇ ਮੇਲਿਆਂ 'ਚ। ਪਹਿਲਾ ਯੁੱਗ ਸੀ, ਰਾਸ ਧਾਰੀਏ ਰਾਸਾਂ ਪਾਉਂਦੇ ਸੀਗੇ, ਲੋਕ ਖੜ੍ਹ ਕੇ ਵੇਂਹਦੇ ਸੀ। ਫਿਰ ਉਹ ਮਾਇਆ ਭਾਂਡਾ ਰੱਖ ਦਿੰਦੇ ਸੀ, ਜਿਵੇਂ ਅੱਜ ਤੁਸੀਂ ਦੇਖਿਆ ਹੋਏਗਾ ਮਦਾਰੀ ਸੜਕ ਦੇ ਕੰਢੇ 'ਤੇ ਤਮਾਸ਼ਾ ਕਰੇ, ਕੋਈ ਮਦਾਰੀ, ਕੋਈ ਜਾਦੂਗਰ ਲੱਗਾ ਹੁੰਦਾ, ਬੜਾ ਕੁਛ ਵੇਂਹਦੇ ਆ। ਉਹ ਫਿਰ ਇੱਕ ਭਾਂਡਾ ਰੱਖਦੇ ਨੇ, ਲੋਕ ਆਪਦੀ ਸ਼ਰਧਾ ਮੁਤਾਬਕ ਜਾਂ ਉਹਦੀ ਹੈਲਪ ਕਰਨ ਦੇ ਵਾਸਤੇ ਉਹਦੇ 'ਚ ਮਾਇਆ ਪਾਉਂਦੇ ਨੇ। ਰਾਸ ਧਾਰੀਏ ਰਾਸ ਪਾ ਰਹੇ ਸੀ ਤਾਂ ਭਾਈ ਗੁਰਦਾਸ ਜੀ ਜ਼ਿਕਰ ਕਰਦੇ, ਭਗਤੀਆਂ ਪਾਈ ਭਗਤ ਆਣ, ਲੋਟਾ ਜੋਗੀ ਲਿਆ ਛਪਾਈ। ਅੱਗੇ ਉਹ ਰਾਸ ਧਾਰੀਏ ਇਹਨਾਂ ਜੋਗੀਆਂ ਦੇ ਕੋਲ ਰਾਸ ਪਾਉਂਦੇ ਸੀ, ਅੱਜ ਉਹਨਾਂ ਨੇ ਵੱਖਰੀ ਥਾਂ 'ਤੇ ਰਾਸ ਪਾਉਣੀ ਸ਼ੁਰੂ ਕਰਤੀ। ਜੋਗੀਆਂ ਨੇ ਹੁਣ ਆਪਣੀ ਸ਼ਕਤੀ ਵਿਖਾਉਣ ਵਾਸਤੇ ਵੀ ਸਾਡੇ ਵੀ ਪੱਲੇ 'ਚ ਕੁਝ ਹੈ, ਉਹਨਾਂ ਕੀ ਕੀਤਾ, ਜਦੋਂ ਉਹਨਾਂ ਰਾਸਧਾਰੀਆਂ ਭਗਤੀਆਂ ਨੇ ਆ ਕੇ ਰਾਸ ਪਾਉਣੀ ਸ਼ੁਰੂ ਕੀਤੀ, ਉਹਨਾਂ ਦਾ ਮਾਇਆ ਵਾਲਾ ਲੋਟਾ ਭਾਂਡਾ ਜਿਹੜਾ ਸੀ, ਜਿਹਦੇ ਲੋਕਾਂ ਨੇ ਥੋੜ੍ਹੀ ਜਿਹੀ ਮਾਇਆ ਉਹਨਾਂ ਨੂੰ ਦਿੱਤੀ ਸੀ, ਇਹਨਾਂ ਜੋਗੀਆਂ ਨੇ ਆਪਣੀ ਸ਼ਕਤੀ ਦੇ ਨਾਲ ਉਹਨੂੰ ਗਾਇਬ ਕਰ ਦਿੱਤਾ, ਉਹਨੂੰ ਛੁਪਾ ਲੈਣਾ ਕੀਤਾ। ਭਗਤੀਆਂ ਗਈ ਭਗਤ ਭੁੱਲ, ਲੋਟੇ ਅੰਦਰ ਸੁਰਤ ਭੁਲਾਈ। ਹੁਣ ਜਿਹੜੇ ਰਾਸ ਧਾਰੀਏ ਸੀ, ਉਹਨਾਂ ਜਦੋਂ ਅੱਖਾਂ ਖੋਲ੍ਹ ਕੇ ਵੇਖੀਆਂ ਵੀ ਮਾਇਆ ਵਾਲਾ ਭਾਂਡਾ ਹੀ ਕੋਈ ਚੁੱਕ ਕੇ ਲੈ ਗਿਆ, ਅਤੇ ਉਹਨਾਂ ਨੂੰ ਜਿਵੇਂ ਕਹਿ ਲਓ ਆਪਣੇ ਜੋ ਡਾਇਲੋਗ ਉਹਨਾਂ ਯਾਦ ਕੀਤੇ ਸੀ, ਜੋ ਉਹਨਾਂ ਨੇ ਬੋਲਣਾ ਸੀ, ਉਹ ਸਾਰਾ ਵਿਸਰ ਗਿਆ, ਕਿਉਂਕਿ ਸੁਰਤੀ ਮਾਇਆ ਦੇ ਵਿੱਚ ਹੈ। ਮਾफ़ ਕਰਿਓ, ਕਈ ਦਫਾ ਗਾਉਣ ਵਾਲਾ ਹੋਵੇ, ਉਹਦੀ ਵੀ ਜੇ ਕਿਤੇ ਮਾਇਆ ਜਿਹੜੀ ਹੈ ਨਾ, ਮਾफ़ ਕਰਿਓ ਸ਼ਬਦ ਕਵਾਂ, ਕਈ ਦਫਾ ਸੰਸਾਰੀ ਗਾਉਣ ਵਾਲਾ ਤਾਂ ਸ਼ਾਇਦ ਉਸ ਹੱਦ ਤੱਕ ਨਾ ਕਰਦਾ ਹੋਵੇ, ਵੈਸੇ ਉਹਦਾ ਵੀ ਧਿਆਨ ਮਾਇਆ 'ਚ ਹੀ ਹੁੰਦਾ, ਕੋਈ ਸ਼ੱਕ ਨਹੀਂ ਹੈ। ਪਰ ਕਈ ਦਫਾ ਸਾਡੇ ਵਰਗਾ ਜਿਹੜਾ ਨਾ, ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ, ਪਰ ਕੁਝ ਐਸੇ ਹੁੰਦੇ ਨੇ ਕਿ ਉਹਨਾਂ ਦਾ ਧਿਆਨ ਕਥਾ ਕਰਦਿਆਂ, ਕੀਰਤਨ ਕਰਦਿਆਂ, ਸਾਰੇ ਧਰਮਾਂ ਦੇ ਲੋਕਾਂ ਨੂੰ ਵੇਖਦੇ ਹਾਂ, ਜ਼ਰੂਰੀ ਨਹੀਂ ਇਕੱਲੇ ਸਿੱਖ ਦੀ ਬਾਤ ਹੈ, ਕਈ ਵਾਰ ਪੰਡਤ ਨੂੰ ਵੀ ਵੇਖਦੇ ਹਾਂ, ਉਹ ਵੀ ਉੱਧਰੋਂ ਹਵਨ ਕਰ ਰਿਹਾ ਹੁੰਦਾ, ਕਥਾ ਕਰ ਰਿਹਾ ਹੁੰਦਾ, ਮਾਇਆ ਚੜ੍ਹ ਰਹੀ ਹੈ। ਸੋ ਕਈ ਦਫਾ ਸਾਡੇ ਵਰਗੇ ਜਿਹੜੇ ਨੇ, ਖਾਸ ਤੌਰ ਮੇਰੇ ਵਰਗੇ, ਉਹ ਬਿਰਤੀ ਮਾਇਆ ਵਿੱਚ ਹੁੰਦੀ, ਅਤੇ ਜੇ ਕੋਈ ਨੋਟ ਤੜਾਉਣ ਵਾਸਤੇ ਵੀ ਆ ਜਾਵੇ ਨਾ, ਵੀ ਕਈ ਵਾਰ ਆਪਾਂ ਨੂੰ ਆਦਤ ਹੁੰਦੀ 100 ਦਾ ਨੋਟ ਪਾ ਕੇ ਆਪਾਂ ਟੇਕਣੇ, ਅਤੇ 10 ਹੀ ਨੇ, 90 ਚੁੱਕਦੇ, ਅਤੇ ਉਹ ਨਾਲ ਕਥਾ ਕਰੀ ਜਾਂਦੇ, ਨਾਲ ਉਹਦੇ ਹੱਥ ਵਾਲੇ ਨੋਟ ਗਿਣੀ ਜਾਂਦੇ ਵੀ ਇਹਨੇ 90 ਹੀ ਚੁੱਕੇ ਨੇ, ਕਿਤੇ 100 ਰੱਖ ਕੇ 500 ਤਾਂ ਨਹੀਂ ਚੁੱਕ ਕੇ ਲੈ ਗਿਆ। ਐਸਾ ਵੀ ਕਈ ਵਾਰ ਹੋ ਜਾਂਦਾ। ਫਿਰ ਜਦੋਂ ਉਹਦੇ ਨੋਟ ਗਿਣਨ ਲੱਗਦੇ ਨੇ, ਆਪ ਨੂੰ ਕਥਾ ਭੁੱਲ ਜਾਂਦੀ ਹੈ, ਆਪ ਨੂੰ ਕੀਰਤਨ ਦੀ ਪੰਕਤੀ ਭੁੱਲ ਜਾਂਦੀ। ਸੋ ਹਾਲ ਸਾਰੇ ਪਾਸੇ ਇੱਕੋ ਜਿਹਾ ਹੈ, ਕੋਈ ਵਿਰਲਾ ਹੈ ਜੋ ਇਸ ਬਿਰਤੀ ਤੋਂ ਬਚਿਆ ਹੈ। ਸੋ ਕਿਸੇ 'ਤੇ ਕੋਈ ਸ਼ੰਕਾ ਨਹੀਂ, ਪਰ ਯਤਨ ਕਰੀਏ ਜ਼ਿੰਦਗੀ 'ਚ ਐਸੀ ਬਿਰਤੀ ਨਾ ਬਣੇ। ਸੋ ਉਹਨਾਂ ਭਗਤੀਆਂ ਨੇ ਜਦੋਂ ਵੇਖਿਆ ਰਾਸ ਧਾਰੀਆਂ ਨੇ ਕੋਈ ਮਾਇਆ ਵਾਲਾ ਲੋਟਾ ਚੁੱਕ ਕੇ ਲੈ ਗਿਆ, ਉਹਨਾਂ ਨੂੰ ਜਿਹੜੀ ਆਪਣੀ ਯਾਦ ਕੀਤੇ ਹੋਏ ਡਾਇਲੋਗ ਆਦਿਕ ਸਨ, ਉਹ ਸਾਰੇ ਜਿਹੜੇ ਸਨ ਭੁੱਲ ਗਏ। ਲੋਟੇ ਅੰਦਰ ਸੁਰਤ ਭੁਲਾਈ, ਉਹਨਾਂ ਦੀ ਸੁਰਤ ਉਸ ਲੋਟੇ, ਉਸ ਮਾਇਆ ਦੇ ਵਿੱਚ ਭੁੱਲ ਗਈ, ਗਵਾਚ ਗਈ। ਬਾਬਾ ਜਾਣੀ ਜਾਣ ਪੁਰਖ, ਕੱਢਿਆ ਲੋਟਾ ਜਹਾਂ ਲੋਕਾਈ। ਹੁਣ ਉਹ ਰਾਸ ਧਾਰੀਏ ਪਹਿਲਾਂ ਜੋਗੀਆਂ ਕੋਲ ਗਏ ਵੀ ਦੇਖੋ ਮਹਾਂਪੁਰਖੋ, ਅਸੀਂ ਇੰਨੀ ਮਿਹਨਤ ਕੀਤੀ, ਪਤਾ ਨਹੀਂ ਸਾਡਾ ਲੋਟਾ ਹੀ ਗਾਇਬ ਹੋ ਗਿਆ। ਤੁਸੀਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਹੋ, ਅੱਖਾਂ ਬੰਦ ਕਰ ਦਿਓ, ਤੁਹਾਨੂੰ ਤਿੰਨੇ ਲੋਕਾਂ ਦੀ ਸੋਝੀ ਆ ਜਾਂਦੀ ਹੈ, ਕਿਰਪਾ ਕਰੋ, ਪਤਾ ਨਹੀਂ ਕਿਹੜਾ ਚੋਰ ਚੁੱਕ ਕੇ ਲੈ ਗਿਆ, ਅਤੇ ਤੁਸੀਂ ਨੇਤਰ ਬੰਦ ਕਰਕੇ ਮਾੜਾ ਜਿਹਾ ਵੇਖ ਕੇ ਦੱਸੋ ਸਾਡਾ ਮਾਇਆ ਵਾਲਾ ਭਾਂਡਾ ਕਿੱਥੇ, ਅਸੀਂ ਤਾਂ ਰੋਟੀ ਉਹਦੇ ਨਾਲ, ਉਸ ਮਾਇਆ ਨਾਲ ਬਣਾ ਕੇ ਖਾਣੀ ਸ਼ਾਮ ਨੂੰ, ਸਾਡਾ ਰੁਜ਼ਗਾਰ ਹੈ। ਜੋਗੀ ਕਹਿਣ ਲੱਗੇ, ਸਾਡੇ ਅੱਗੇ ਰਾਸ ਪਾਈ ਨਹੀਂ ਤੁਸੀਂ ਆ ਕੇ, ਤੁਸੀਂ ਰਾਸ ਪਾਉਂਦੇ ਹੋ ਸਾਡੇ ਅੱਗੇ, ਤੁਹਾਡੀ ਰਾਸ ਵੇਖਣ ਲਈ ਲੋਕ ਹੀ ਇਕੱਠੇ ਹੁੰਦੇ ਨੇ, ਸਾਨੂੰ ਵੀ ਲੋਕ ਮੱਥਾ ਟੇਕਦੇ ਆ, ਤੁਸੀਂ ਸਾਡੇ ਅੱਗੇ ਰਾਸ ਨਹੀਂ ਪਾਈ। ਇਸ ਮੇਲੇ ਵਿੱਚ ਗੁਰੂ ਨਾਨਕ ਆਇਆ, ਅੱਜ ਅਸੀਂ ਲੋਟਾ ਨਹੀਂ ਲੱਭ ਕੇ ਦਾਂਗੇ, ਸਾਨੂੰ ਤੁਸੀਂ ਸ਼ਕਤੀਹੀਣੇ ਸਮਝ ਲਿਆ, ਅੱਜ ਹੁਣ ਗੁਰੂ ਨਾਨਕ ਤੋਂ ਹੀ ਜਾ ਕੇ ਲੋਟਾ ਲਵਾ ਲਓ, ਜਿਹਦੇ ਅੱਗੇ ਸਾਰਿਆਂ ਨੇ ਅੱਜ ਜਾ ਕੇ ਮੱਥੇ ਟੇਕੇ ਨੇ।
ਹੁਣ ਜਦੋਂ ਇਹਨਾਂ ਜੋਗੀਆਂ ਨੇ ਜਵਾਬ ਦਿੱਤਾ, ਉਹ ਰਾਸਧਾਰੀਏ ਗੁਰੂ ਨਾਨਕ ਪਾਤਸ਼ਾਹ ਕੋਲ ਆਉਂਦੇ ਨੇ, ਆਪਣੀ ਵਿਥਿਆ ਆਪਣੀ ਪੀੜਾ ਦਾਸਤਾਨ ਗੁਰੂ ਨਾਨਕ ਪਾਤਸ਼ਾਹ ਨੂੰ ਦੱਸਦੇ, ਤੇ ਜਾਣੀ ਜਾਨ ਬਾਬਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਿਲਕੁਲ ਸਹੀ ਜਗ੍ਹਾ ਦੱਸ ਦਿੱਤੀ ਕਿ ਤੁਹਾਡਾ ਲੋਟਾ ਫਲਾਣੀ ਥਾਂ ਦੇ ਉੱਤੇ ਨੇ ਲੁਕੋ ਕੇ ਰੱਖਿਆ ਉਹਨਾਂ ਨੇ। ਸੋ ਇਸ ਤਰ੍ਹਾਂ ਕੱਢਿਆ ਲੋਟਾ ਜਹਾਂ ਲੁਕਾਈ, ਜਿੱਥੇ ਜੋਗੀਆਂ ਨੇ ਆਪਣੀ ਸ਼ਕਤੀ ਨਾਲ ਲੁਕਾਇਆ ਸੀ। ਵੱਖ-ਵੱਖ ਵਿਚਾਰ ਨੇ, ਕਿਸੇ ਵਿਦਵਾਨ ਦਾ ਇਸ ਤਰ੍ਹਾਂ ਮੰਨਣਾ ਖੇਤਾਂ ਦੇ ਵਿੱਚ ਉਹਨਾਂ ਆਪਣੀ ਸ਼ਕਤੀ ਨਾਲ ਖੇਤਾਂ 'ਚ ਰੱਖ ਦਿੱਤਾ ਜਾ ਕੇ, ਕਿਸੇ ਨੇ ਮੇਲੇ ਦੇ ਵਿੱਚ ਰੱਖ ਦਿੱਤਾ। ਮੁੱਖ ਦੀ ਬਾਤ ਇਹ ਹੈ, ਉਹਨਾਂ ਨੇ ਲੋਟਾ ਲੁਕਾ ਦਿੱਤਾ। ਜਿੱਥੇ ਵੀ ਉਹਨਾਂ ਲੁਕਾਇਆ, ਭਾਵੇਂ ਉਹਨਾਂ ਆਪਣੇ ਕੋਲ ਲੁਕਾ ਲਿਆ, ਖੇਤਾਂ 'ਚ ਲੁਕੋਤਾ, ਮੇਲੇ 'ਚ ਲੁਕੋਤਾ, ਗੁਰੂ ਨਾਨਕ ਪਾਤਸ਼ਾਹ ਨੇ ਬਿਲਕੁਲ ਸਹੀ ਜਗ੍ਹਾ ਦੱਸ ਕੇ ਤੇ ਕਹਿ ਦਿੱਤਾ ਫਲਾਣੀ ਥਾਂ ਤੇ ਤੁਹਾਡਾ ਲੋਟਾ ਪਿਆ ਹੈ, ਉੱਥੋਂ ਜਾ ਕੇ ਤੁਸੀਂ ਚੁੱਕ ਲਓ। ਇਸ ਤਰ੍ਹਾਂ ਉਹਨਾਂ ਜੋਗੀਆਂ ਦਾ ਪਾਜ ਵੀ ਗੁਰੂ ਨਾਨਕ ਨੇ ਉਗਾੜ ਦਿੱਤਾ ਤੇ ਰਾਸਧਾਰੀਆਂ ਨੂੰ ਉਹਨਾਂ ਦੀ ਮਿਹਨਤ ਦੀ ਮਾਇਆ ਜਿਹੜੀ ਸੀ ਸੋ ਵਾਪਿਸ ਆ ਗਈ ਹੈ। ਵੇਖ ਚਲਿਤਰ ਜੋਗੀ ਖੁਣਸਾਈ। ਹੁਣ ਜਦੋਂ ਇਹ ਖੇਡ ਵੇਖੀ ਜੋਗੀਆਂ ਨੇ, ਖੁਣਸਾਈ, ਵੈਰੀ ਬਣ ਗਏ ਗੁਰੂ ਨਾਨਕ ਦੇ। ਈਰਖਾ ਤੇ ਪਹਿਲਾਂ ਹੀ ਕਰਦੇ ਸੀ ਕਿ ਲੋਕੀ ਸਾਡੇ ਕੋਲ ਮੱਥਾ ਟੇਕਣ ਨਹੀਂ ਆਏ, ਲੱਛਮੀ ਤੇ ਸਾਰੀ ਗੁਰੂ ਨਾਨਕ ਨੂੰ ਵਰਸ ਗਈ ਅੱਜ। ਇਸ ਕਾਰਨ ਨੂੰ ਲੈ ਕਰਕੇ ਮਨ ਵਿੱਚ ਰਿਸਕ ਘਨੇਰੀ ਖਾਈ ਉਹਨਾਂ ਜੋਗੀਆਂ ਨੇ। ਪਰ ਹੁਣ ਜਦੋਂ ਵੇਖਿਆ ਵੀ ਅਸੀਂ ਤੇ ਥੋੜ੍ਹੀ ਜਿਹੀ ਇਹਨਾਂ ਦੀ ਲੁਕੋਈ ਸੀ ਲੋਟੇ ਦੇ ਵਿੱਚ, ਤੇ ਇਹ ਵੀ ਗੁਰੂ ਨਾਨਕ ਨੇ ਸਾਡੇ ਹੱਥੋਂ ਖੋਹ ਲਈ, ਇਹ ਵੀ ਵਾਪਿਸ ਉਹਨਾਂ ਨੂੰ ਦਵਾ ਦਿੱਤੀ, ਅਸੀਂ ਤੇ ਅੱਜ ਨਾਂਗੀ ਚਲੇ ਜਾਣਾ ਇੱਥੋਂ। ਸੋ ਆਪਣੀ ਬੇਇੱਜ਼ਤੀ ਹੁੰਦੀ ਦੇਖ ਕਰਕੇ ਜਾਂ ਇਸ ਤਰ੍ਹਾਂ ਆਪਣਾ ਅਦਬ ਸਤਿਕਾਰ ਨਾ ਹੁੰਦਾ ਦੇਖ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਹੁਤ ਵੱਡੇ ਉਹ ਵੈਰੀ ਬਣ ਗਏ ਇਸ ਚਰਿੱਤਰ ਨੂੰ ਦੇਖ ਕਰਕੇ। ਸੋ ਭਾਵ ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਨੇ ਇਹ ਸਮਝਾਇਆ ਕਿ ਜਦੋਂ ਗੁਰੂ ਨਾਨਕ ਮਹਾਰਾਜ ਜੀ ਨੇ ਭਗਤੀਆਂ ਦਾ ਜਿਹੜਾ ਲੋਟਾ ਸੀ ਜੋ ਮਾਇਆ ਦੇ ਨਾਲ ਭਰਿਆ, ਉਹ ਜੋਗੀਆਂ ਨੇ ਲੁਕਾਇਆ ਸੀ, ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਆਪਣੀ ਅੰਤਰਜਾਮਤਾ ਦੇ ਨਾਲ ਉਹ ਦੱਸ ਦਿੱਤਾ ਹੈ, ਤਾਂ ਜੋਗੀ ਵੱਡੇ ਵੱਡੇ ਜਿਹੜੇ ਸਾਨੂੰ ਵੈਰੀ ਬਣ ਗਏ, ਕ੍ਰੋਧ ਦੇ ਨਾਲ ਬਿਲਕੁਲ ਲਾਲ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਦੁਰਬਚਨ ਬੋਲਣ ਲੱਗੇ। ਸੋ ਭਗਤ ਪੈਣੀ ਦਾ ਅਰਥ ਸੀ ਉਹਨਾਂ ਨੇ ਰਾਸ ਪਾਉਣੀ। ਪੁਰਾਣੇ ਸਮਿਆਂ ਦੇ ਅੰਦਰ ਭਗਤ ਪੈਣੀ ਸ਼ਬਦ ਜਿਹੜਾ ਹੈ, ਸਾਰੀ ਰਾਤ ਜਿਵੇਂ ਅੱਜ ਆਪਾਂ ਕਹਿੰਦੇ ਰੈਣ ਸਬਾਈ ਕੀਰਤਨ, ਜਦੋਂ ਸਿੰਧ ਤੇ ਸਿੰਧ ਵਾਲੇ ਇਲਾਕੇ ਦੇ ਵਿੱਚ ਇਹ ਲਫ਼ਜ਼ ਅੱਜ ਵੀ ਕਿਤੇ ਕਿਤੇ ਵਰਤਿਆ ਜਾਂਦਾ, ਅੱਜ ਫਲਾਣੇ ਥਾਂ ਤੇ ਭਗਤ ਪੈਣੀ ਹੈ, ਮਤਲਬ ਅੱਜ ਸਾਰੀ ਰਾਤ ਫਲਾਣੀ ਥਾਂ ਤੇ ਕੀਰਤਨ ਹੋਣਾ। ਇਹ ਵੀ ਇੱਕ ਅਰਥ ਸੀ ਭਗਤ ਪੈਣੀ, ਮਤਲਬ ਸਾਰੀ ਰਾਤ ਕੀਰਤਨ ਹੋਣਾ। ਤੇ ਦੂਸਰਾ ਅਰਥ ਸੀ ਰਾਸ ਪੈਣੀ, ਉਹਨਾਂ ਨੇ ਭੇਖ ਧਾਰਨ ਕਰਕੇ ਕੋਈ ਖੇਡ ਖੇਡਣੀ, ਕੋਈ ਨਾਟਕ ਖੇਡਣਾ। ਸੋ ਇਸ ਮੇਲੇ ਦੇ ਵਿੱਚ ਜੋ ਭਗਤ ਪੈਣੀ ਅਰਥ ਹੈ, ਉਹੀ ਉਹਨਾਂ ਨੇ ਆ ਕੇ ਰਾਸ ਪਾਈ। ਜਦੋਂ ਹੁਣ ਜੋਗੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਬਹੁਤ ਜ਼ਿਆਦਾ ਈਰਖਾ ਕੀਤੀ, ਫਿਰ ਉਹਨਾਂ ਨੇ ਅੱਗੇ ਕੀ ਕੀਤਾ ਹੈ, ਇਸ ਪਾਵਨ ਵਾਰ ਦੀ ਹੁਣ 40ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਜ਼ਿਕਰ ਕਰਦੇ। ਖਾਦੀ ਖੁਣਸ ਜੋਗੀਸਰਾਂ ਗੋਸ਼ਟ ਕਰਨ ਸਭੇ ਉਠ ਆਈ। ਸਾਰੇ ਜੋਗੀਸਰਾਂ ਨੇ ਖੁਣਸ ਖਾਧੀ, ਭਾਵ ਈਰਖਾ ਖਾਧੀ ਗੁਰੂ ਨਾਨਕ ਪਾਤਸ਼ਾਹ ਨਾਲ। ਹੁਣ ਸਾਰੇ ਇਕੱਠੇ ਹੋ ਕੇ ਗੁਰੂ ਨਾਨਕ ਨਾਲ ਚਰਚਾ ਕਰਨ ਵਾਸਤੇ ਆ ਗਏ। ਪਹਿਲਾ ਤਰੀਕਾ ਹੁੰਦਾ ਚਰਚਾ ਕਰਕੇ ਹਰਾਓ, ਸਾਮ ਦਾਮ ਦੰਡ ਭੇਦ ਵਰਤਦੇ ਸੀਗੇ ਲੋਕ। ਸੋ ਇਹ ਤਰੀਕਾ ਸੀ ਚਰਚਾ ਦੇ ਵਿੱਚ ਹਰਾ ਦਿਓ, ਆਪਣੇ ਆਪ ਮੇਲੇ 'ਚ ਉੱਠ ਕੇ ਬਾਹਰ ਹੋ ਜਾਊਗਾ। ਸੋ ਇੱਕ ਅੱਧੇ ਦੀ ਹਿੰਮਤ ਨਾ ਪਈ, ਸਾਰੇ ਇਕੱਠੇ ਹੋ ਕੇ ਆਏ ਵੀ ਤੂੰ ਆਪਣਾ ਪ੍ਰਸ਼ਨ ਕਰੀ, ਮੈਂ ਆਪਣਾ ਪ੍ਰਸ਼ਨ ਕਰਾਂਗਾ, ਇੰਝ ਆਪਾਂ ਪ੍ਰਸ਼ਨਾਂ ਦੀ ਝੜੀ ਲਾ ਦੇਣੀ ਗੁਰੂ ਨਾਨਕ 'ਤੇ। ਸੋ ਚਰਚਾ ਕਰਨ ਵਾਸਤੇ ਸਾਰੇ ਹੀ ਉੱਠ ਕੇ ਆ ਗਏ। ਹੁਣ ਜਦੋਂ ਆ ਪਹੁੰਚੇ ਤਾਂ ਸਾਰਿਆਂ ਤੋਂ ਪਹਿਲਾਂ ਇਹਨਾਂ ਦਾ ਜੋਗੀ ਇੱਕ ਜਿਹੜਾ ਉਹ ਕੀ ਕਹਿੰਦਾ, ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ। ਭੰਗਰਨਾਥ ਜੋਗੀ ਹੁਣ ਪੁੱਛਦਾ ਹੈ ਕਿ ਤੁਸੀਂ ਦੁੱਧ ਦਾ ਮਟਕਾ ਜਿਹੜਾ ਹੈ ਉਹਨੂੰ ਫਿਟਾ ਕੇ ਰੱਖ ਦਿੱਤਾ ਹੈ। ਦੁੱਧ ਵਿੱਚ ਕਾਂਜੀ ਪਾਈ ਦਾ ਭਾਵ ਹੈ ਕਿ ਤੁਸੀਂ ਪਹਿਲਾਂ ਸਾਧੂਆਂ ਵਾਲਾ ਭੇਖ ਧਾਰਨ ਕੀਤਾ ਸੀ, ਉਹ ਲਾ ਕੇ ਹੁਣ ਤੁਸੀਂ ਗ੍ਰਸਤੀਆਂ ਵਾਲਾ ਭੇਖ ਧਾਰਨ ਕਰ ਲਿਆ। ਕਿਉਂਕਿ ਪਿੱਛੇ ਆਪਾਂ ਪੜ੍ਹਿਆ, ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਸੋ ਕਹਿੰਦਾ ਤੁਸੀਂ ਤੇ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ, ਤੇ ਜਿਹੜਾ ਦੁੱਧ ਫਟ ਜਾਂਦਾ ਉਹ ਰਿੜਕਿਆਂ ਕਦੀ ਉਹਦੇ ਵਿੱਚੋਂ ਮੱਖਣ ਨਹੀਂ ਨਿਕਲਦਾ। ਭਾਵ ਹੁਣ ਤੁਸੀਂ ਗ੍ਰਸਤੀਆਂ ਵਾਲੇ ਕੱਪੜੇ ਧਾਰਨ ਕਰ ਲਏ ਨੇ, ਹੁਣ ਤੁਹਾਨੂੰ ਬ੍ਰਹਮ ਦੀ ਪ੍ਰਾਪਤੀ, ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭਾਵ ਤੁਸੀਂ ਸੰਨਿਆਸ ਦੇ ਇਸ ਚਾਟੇ ਦੇ ਵਿੱਚ ਨਾ, ਇਸ ਚਾਟੀ ਹੈ ਜਿਹੜੀ ਸੰਨਿਆਸ ਰੂਪੀ ਚਾਟੀ ਹੈ, ਇਸ ਸੰਨਿਆਸ ਦੀ ਚਾਟੀ ਦੇ ਵਿੱਚ ਤੁਸੀਂ
ਸੰਸਾਰੀ ਰੀਤ ਵਾਲੀ ਗ੍ਰਸਤੀਆਂ ਦੇ ਕੱਪੜੇ ਪਾਉਣ ਵਾਲੀ ਕਾਂਜੀ ਜਿਹੜੀ ਉਹ ਪਾ ਕੇ ਰੱਖ ਦਿੱਤੀ। ਹੁਣ ਇਹਦੇ ਵਿੱਚੋਂ ਗਿਆਨ ਰੂਪੀ ਮੱਖਣ ਜਿਹੜਾ ਹੈ, ਕਿਉਂਕਿ ਹੁਣ ਦੁੱਧ ਵਿੱਚ ਜਦੋਂ ਕਾਂਜੀ ਪਾਈ ਇਹਦੇ 'ਚ ਹੁਣ ਗਿਆਨ ਰੂਪੀ ਮੱਖਣ ਨਹੀਂ ਨਿਕਲਣਾ ਤੇ ਨਾ ਹੀ ਤੁਹਾਨੂੰ ਮੁਕਤੀ ਪ੍ਰਾਪਤ ਹੋਣੀ ਹੈ। ਜਦੋਂ ਨੇ ਇਹ ਸ਼ਬਦ ਕਿਹਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਉਹ ਇਹ ਸਵਾਲ ਕਰਦਾ ਪਿਆ ਸੀ, ਤੀਜੀ ਪੰਕਤੀ 'ਚ ਭਾਈ ਸਾਹਿਬ ਜ਼ਿਕਰ ਕਰਦੇ, ਫਿੱਟਿਆ ਚਾਟਾ ਦੁੱਧ ਦਾ ਰਿੜਕਿਆਂ ਮੱਖਣ ਹੱਥ ਨਾ ਆਈ। ਭੰਗਰਨਾਥ ਕਹਿੰਦਾ ਹੈ ਤੁਸੀਂ ਤੇ ਸਾਰਾ ਦੁੱਧ ਦਾ ਚਾਟਾ, ਪੂਰੀ ਚਾਟੀ ਦੀ ਚਾਟੀ ਜਿਹੜੀ ਹੈ ਉਹਨੂੰ ਫਟਾ ਕੇ ਰੱਖ ਦਿੱਤਾ ਹੈ, ਫਿਟਕ ਗਈ ਹੈ ਕਿਉਂਕਿ ਕਾਂਜੀ ਪਾ ਦਿੱਤੀ ਹੈ। ਹੁਣ ਇਹਨੂੰ ਰਿੜਕਣ ਦੇ ਨਾਲ ਤੁਹਾਡੇ ਹੱਥ ਮੱਖਣ, ਮੁਕਤੀ, ਗਿਆਨ ਇਹ ਨਹੀਂ ਆਵੇਗਾ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਫਿਰ ਜਦੋਂ ਸਵਾਲ ਕਰਦੇ, ਭੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ। ਕਹਿੰਦੇ ਤੁਸੀਂ ਇਹ ਉਦਾਸੀ ਭੇਖ ਲਾ ਕੇ ਜੋ ਸਾਧੂਆਂ ਵਾਲਾ ਤੁਸੀਂ ਪਾਇਆ ਸੀ, ਇਹ ਜਿਹੜੀ ਸੰਸਾਰੀ ਰੀਤ ਹੈ ਇਹਨੂੰ ਤੁਸੀਂ ਦੁਬਾਰਾ ਜਿਹੜਾ ਹੈ ਇਹ ਕਿਉਂ ਧਾਰਨ ਕਰ ਲਿਆ, ਭਾਵ ਇਸ ਤਰ੍ਹਾਂ ਤੁਸੀਂ ਇਹ ਸੰਸਾਰੀ ਰੀਤ ਜਿਹੜੀ ਫਿਰ ਤੋਂ ਕਿਉਂ ਚਲਾ ਦਿੱਤੀ ਹੈ। ਭੇਖ ਉਤਾਰ ਉਦਾਸ ਦਾ ਵਤ ਕਿਉਂ, ਇੱਥੇ ਪ੍ਰਸ਼ਨ ਕੀਤਾ ਹੈ, ਕਿਉਂ ਤੁਸੀਂ ਸੰਸਾਰੀ ਰੀਤ ਜਿਹੜੀ ਹੈ ਇਹ ਧਾਰਨ ਕਰ ਲਈ ਹੈ। ਸਾਡੇ 'ਚ ਇਹ ਮੰਨਣਾ ਹੈ ਕਿ ਜਦੋਂ ਇੱਕ ਵਾਰ ਸਾਧੂ ਬਣ ਕੇ ਉਹ ਦੁਬਾਰਾ ਗ੍ਰਸਤੀ ਨਹੀਂ ਬਣਦਾ, ਤੇ ਜੇ ਗ੍ਰਸਤੀ ਬਣ ਜੇ ਤੇ ਉਹ ਸਾਧੂਆਂ ਦੇ ਭੇਖ ਨੂੰ ਕਲੰਕ ਕਰਦਾ ਹੈ। ਤੁਸੀਂ ਇੰਜ ਕੀਤਾ ਹੈ। ਇਸ ਤਰ੍ਹਾਂ ਜਦੋਂ ਭੰਗਰਨਾਥ ਨੇ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੂੰ ਕਹੇ, ਹੁਣ ਮੇਰੇ ਸਾਹਿਬ ਜੀ ਜਵਾਬ ਦਿੰਦੇ ਨੇ। ਅੱਗੋਂ ਭਾਈ ਗੁਰਦਾਸ ਜੀ ਜ਼ਿਕਰ ਕਰਦੇ, ਗੁਰੂ ਨਾਨਕ ਬਾਬਾ ਕਹਿਣ ਲੱਗੇ, ਨਾਨਕ ਆਖੇ ਭੰਗਰਨਾਥ ਤੇਰੀ ਮਾਉ ਕੁਚੱਜੀ ਆਹੀ। ਸਾਹਿਬ ਕਹਿਣ ਲੱਗੇ ਭੰਗਰਨਾਥ ਸਚਾਈ ਤੇ ਇਹ ਹੈ ਕਿ ਤੇਰੀ ਮਾਂ ਜਿਹੜੀ ਹੈ ਨਾ ਉਹ ਕੁਚੱਜੀ ਹੈ। ਮਾਂ ਦਾ ਅਰਥ ਇੱਥੇ ਹੈ ਤੇਰੀ ਬੁੱਧੀ ਖਰਾਬ ਹੋ ਗਈ ਹੈ। ਹੋਰ ਜਿਸ ਮਾਂ ਨੇ ਉਹਨੂੰ ਜਨਮ ਦਿੱਤਾ ਉਹਨੂੰ ਨਹੀਂ ਗੁਰੂ ਨਾਨਕ ਨੇ ਮਾੜਾ ਕਿਹਾ, ਕਿਉਂਕਿ ਸਾਹਿਬ ਤੇ ਆਸਾ ਕੀ ਵਾਰ ਅੰਦਰ ਇਹ ਬਚਨ ਕਹਿੰਦੇ ਪਏ ਨੇ ਕਿ ਜਿਸ ਨੇ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮਹਿ ਰਾਜਾਨ। ਜਿਨੇ ਵੱਡੇ ਵੱਡੇ ਰਿਸ਼ੀਆਂ ਪੈਗੰਬਰਾਂ ਸਾਧੂਆਂ ਨੂੰ ਜਨਮ ਦਿੱਤਾ ਉਹਨੂੰ ਕਿਉਂ ਮਾੜਾ ਕਹਿਣਾ। ਇਸ ਕਰਕੇ ਇੱਥੇ ਤੇਰੀ ਮਾਂ ਕੁਚੱਜੀ ਦਾ ਭਾਵ ਤੇਰੀ ਬੁੱਧੀ ਰੂਪ ਮਾਂ ਜਿਹੜੀ ਉਹ ਖਰਾਬ ਹੈ, ਉਹਨੇ ਤੈਨੂੰ ਸਮਝਾਇਆ ਨਹੀਂ ਚੰਗੀ ਤਰ੍ਹਾਂ, ਉਸਨੇ ਤੈਨੂੰ ਜੀਵਨ ਜੁਗਤ ਜਿਹੜੀ ਉਹ ਨਹੀਂ ਦਿੱਤੀ ਹੈ, ਜਿਸ ਤਰ੍ਹਾਂ ਮਾਂ ਨੇ ਬੱਚੇ ਨੂੰ ਸਮਝਾਉਣਾ ਹੁੰਦਾ। ਦੂਜਾ ਅਰਥ, ਜਿਹਨੂੰ ਤੂੰ ਗੁਰੂ ਧਾਰਨ ਕੀਤਾ ਹੈ ਉਹ ਤੇਰੀ ਗੁਰੂ ਮਾਂ ਵੀ ਕੁਚੱਜੀ ਸੀ, ਉਹਨੂੰ ਵੀ ਚੱਜ ਹੈ ਨਹੀਂ ਸੀ। ਚੱਜ ਹੁੰਦਾ ਤੇ ਸ਼ਾਇਦ ਤੈਨੂੰ ਚੰਗਾ ਸਲੀਕਾ ਦੱਸ ਦੇਤੀ। ਸੋ ਕੀ ਚੱਜ ਨਹੀਂ ਸੀ, ਭਾਂਡਾ ਧੋਏ ਨਾ ਜਾਤਿਓਨ ਪਾਏ ਕੁਚੱਜੇ ਫੁੱਲ ਸੜਾਈ। ਕਿ ਹਿਰਦੇ ਰੂਪੀ ਭਾਂਡਾ ਜਿਹੜਾ ਸੀ ਇਹਨੂੰ ਧੋਤਾ ਹੀ ਨਾ। ਤੇ ਹੁਣ ਇਹ ਤਾਂ ਤੂੰ ਕਹਿ ਦਿੱਤਾ ਦੁੱਧ 'ਚ ਕਾਂਜੀ ਪੈ ਗਈ, ਮੰਨ ਲਾ ਕਾਂਜੀ ਨਾ ਪਾਈ ਹੋਵੇ, ਜੇ ਭਾਂਡਾ ਹੀ ਚੱਜ ਨਾਲ ਤੁਸੀਂ ਨਾ ਧੋਵੋਗੇ ਤਾਂ ਵੀ ਤੇ ਦੁੱਧ ਖਰਾਬ ਹੋ ਹੀ ਜਾਂਦਾ। ਤੁਸੀਂ ਹਿਰਦੇ ਰੂਪੀ ਭਾਂਡਾ ਜਿਹੜਾ ਇਹਨੂੰ ਚੰਗੀ ਤਰ੍ਹਾਂ ਧੋਤਾ ਹੀ ਨਹੀਂ ਹੈ। ਤੁਹਾਡੀ ਮਾਂ ਨੇ ਤੁਹਾਨੂੰ ਧੋਣਾ ਸਿਖਾਇਆ ਹੀ ਨਹੀਂ। ਗੁਰੂ ਰੂਪ ਮਾਂ ਵੱਲ ਵੀ ਇਸ਼ਾਰਾ ਹੈ ਤੇਰੇ। ਦੂਜਾ ਤੇਰੀ ਬੁੱਧੀ, ਇਹਨੇ ਤੇਰੇ ਹਿਰਦੇ ਦੇ ਭਾਂਡੇ ਨੂੰ ਚੰਗੀ ਤਰ੍ਹਾਂ ਨਹੀਂ ਜਾਤਾ, ਧੋਣਾ ਜਾਣਿਆ ਹੀ ਨਹੀਂ। ਤੇ ਭੇਖ ਰੂਪੀ ਕੁਚੱਜੇ ਭਾਉ ਨੂੰ ਇਸ ਦੁੱਧ ਦੇ ਵਿੱਚ ਜਦੋਂ ਪਾਇਆ ਤਾਂ ਦੁੱਧ ਨੂੰ ਵੀ ਸਾੜ ਬੈਠੀ। ਮਾਉ ਕੁਚੱਜੀ ਆਹੀ ਕੁਚੱਜੇ ਫੁੱਲ ਸੜਾਈ। ਭਾਂਡਾ ਧੋਏ ਨਾ ਜਾਤੇ ਹੋਣ, ਭਾਂਡੇ ਨੂੰ ਧੋਤਾ ਨਹੀਂ ਤਾਂ ਮਾਉ ਕੁਚੱਜੇ ਫੁੱਲ ਸੜਾਈ। ਤੂੰ ਸਾਨੂੰ ਕਹਿੰਦਾ ਤੁਸੀਂ ਦੁੱਧ ਨੂੰ ਫਟਾ ਕੇ ਰੱਖ ਦਿੱਤਾ। ਜੇ ਮੰਨ ਲਈਏ ਤੇਰੀ ਗੱਲ, ਅਸੀਂ ਤੇ ਸਿਰਫ ਦੁੱਧ 'ਚ ਕਾਂਜੀ ਪਾ ਕੇ ਦੁੱਧ ਨੂੰ ਫਟਾਇਆ ਹੀ ਹੈ, ਹਾਲਾ ਹੋਇਆ ਨਹੀਂ ਇੰਜ। ਚਲੋ ਤੇਰੀ ਭਾਸ਼ਾ 'ਚ ਕਹਿ ਲਈਏ, ਪਰ ਤੁਸੀਂ ਤੇ ਭਲਿਓ ਦੁੱਧ ਸਾਰਾ ਹੀ ਸਾੜ ਕੇ ਰੱਖ ਦਿੱਤਾ ਹੈ। ਹੁਣ ਦੱਸੋ ਤੁਸੀਂ ਸਹੀ ਜੇ ਕਿ ਅਸੀਂ ਸਹੀ ਹਾਂ? ਤੇ ਕਿਸ ਤਰ੍ਹਾਂ ਸਾੜ ਕੇ ਰੱਖ ਦਿੱਤਾ? ਜਦੋਂ ਸਵਾਲ ਕਰਦਾ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਾਰਨ ਦੱਸਦੇ ਹਾਂ। ਹੋਏ ਅਤੀਤ ਗ੍ਰਹਸਤ ਤਜ ਫਿਰ ਉਨਕੇ ਘਰ ਮੰਗਣ ਜਾਈ। ਤੁਸੀਂ ਅਤੀਤ ਹੋ ਗਏ, ਬੈਰਾਗੀ ਬਣ ਜਾਂਦੇ ਹੋ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਕਿ ਅਸੀਂ ਗ੍ਰਸਤ ਨੂੰ ਛੱਡ ਦਿੱਤਾ, ਅਸੀਂ ਘਰ ਪਰਿਵਾਰ ਛੱਡਤਾ, ਅਸੀਂ ਬੱਚਿਆਂ ਨੂੰ ਛੱਡਤਾ, ਅਸੀਂ ਜ਼ਮੀਨਾਂ ਜਾਇਦਾਦਾਂ ਛੱਡਤੀਆਂ। ਅਤੀਤ ਹੋ ਜਾਂਦੇ ਹੋ ਤੁਸੀਂ, ਵੈਰਾਗੀ ਹੋ ਜਾਂਦੇ ਹੋ, ਬਿਲਕੁਲ ਵਿਰਕਤ ਹੋ ਜਾਂਦੇ ਹੋ, ਘਰ-ਬਾਰ ਨੂੰ ਛੱਡ ਦਿੰਦੇ ਹੋ। ਉਸ ਤੋਂ ਬਾਅਦ ਤੁਸੀਂ ਕੀ ਕਰਦੇ ਹੋ? ਫਿਰ ਉਨਕੇ ਘਰ ਮੰਗਣ ਜਾਈ। ਆਪਣੀ ਜ਼ੁਬਾਨ ਨਾਲ ਤੁਸੀਂ ਗ੍ਰਸਤੀਆਂ ਨੂੰ ਮਾੜਾ ਵੀ ਕਹਿੰਦੇ ਹੋ ਵੀ ਨਹੀਂ ਇਹ ਗ੍ਰਸਤੀ ਹੈ। ਗ੍ਰਸਤੀ ਨੂੰ ਤੇ ਤੁਸੀਂ ਆਪਣੇ ਬਰਾਬਰ ਨਹੀਂ ਬਹਿਣ ਦਿੰਦੇ। ਕਈ ਵਾਰ ਗ੍ਰਸਤੀ ਨੂੰ ਤੁਸੀਂ ਆਪਣੀ ਚਾਦਰ ਦੇ ਲਾਗੇ ਨਹੀਂ ਆਉਣ ਦਿੰਦੇ।
ਗ੍ਰਸਤੀ ਨੂੰ ਕਈ ਵਾਰ ਤੁਸੀਂ ਆਪਣੇ ਕਮਰੇ 'ਚ ਨਹੀਂ ਵੜਨ ਦਿੰਦੇ, ਨਹੀਂ ਇਹ ਤਾਂ ਗ੍ਰਸਤੀ ਹੈ, ਗ੍ਰਸਤੀਆਂ ਨਾਲ ਇੰਨੀ ਨਫ਼ਰਤ ਕਰਦੇ ਹੋ। ਉਸ ਤੋਂ ਬਾਅਦ ਫਿਰ ਉਨਕੇ ਘਰ ਮੰਗਣ ਜਾਈ, ਜਦੋਂ ਤੁਸੀਂ ਵਿਚਰਦੇ ਹੋ, ਸੰਸਾਰ 'ਚ ਭ੍ਰਮਣ ਕਰਦੇ ਹੋ, ਚੱਕਰਵਰਤੀ ਬਣ ਜਾਂਦੇ ਹੋ, ਤੀਰਥਾਂ ਦੇ ਕਿਨਾਰਿਆਂ 'ਤੇ ਵਿਚਰਦੇ ਹੋ, ਅਤੇ ਰਾਹ ਦੇ ਵਿੱਚ ਜਿਹੜਾ ਪ੍ਰਸ਼ਾਦਾ ਪਾਣੀ ਮੰਗ ਕੇ ਖਾਂਦੇ ਹੋ, ਗ੍ਰਸਤੀਆਂ ਦੇ ਘਰੋਂ ਹੀ ਤਾਂ ਮੰਗਦੇ ਹੋ। ਕਦੀ ਸਾਧੂਆਂ ਦੀਆਂ ਝੁੱਗੀਆਂ ਝੌਂਪੜੀਆਂ 'ਚੋਂ ਤੇ ਤੁਸੀਂ ਪ੍ਰਸ਼ਾਦਾ ਨਹੀਂ ਮੰਗਿਆ। ਇੰਨੇ ਵੱਡੇ ਵੱਡੇ ਜਿਹੜੇ ਤੁਸੀਂ ਆਸ਼ਰਮ ਪਾਏ ਨੇ, ਇਹ ਗ੍ਰਸਤੀਆਂ ਤੋਂ ਮਾਇਆ ਮੰਗ ਕੇ ਹੀ ਪਾਏ ਨੇ। ਗ੍ਰਸਤੀਆਂ ਤੋਂ ਬਿਨਾਂ ਤੇ ਕੁਛ ਵੀ ਨਹੀਂ। ਅੱਜ ਤੁਸੀਂ ਮੇਲੇ 'ਚ ਆਏ ਹੋ, ਤਾਂ ਮੇਲੇ ਦੇ ਵਿੱਚ ਵੀ ਆ ਜਿਹੜਾ ਸਾਰਾ ਮਾਇਆ ਦਾ ਰੌਲਾ ਤੁਹਾਡਾ ਪਿਆ ਹੈ, ਇਹ ਮਾਇਆ ਵੀ ਤੇ ਤੁਹਾਨੂੰ ਗ੍ਰਸਤੀ ਦਿੰਦੇ ਪਏ ਨੇ ਨਾ। ਹੋਰ ਕੋਈ ਸਾਧੂ ਤੇ ਤੁਹਾਨੂੰ ਆ ਕੇ ਮਾਇਆ ਨਹੀਂ ਦਿੰਦਾ ਪਿਆ। ਜੇ ਤੁਸੀਂ ਇੱਥੇ ਅੱਖਾਂ ਮੀਚ ਕੇ ਬਗਲਿਆਂ ਦੀਆਂ ਸਮਾਧੀਆਂ ਲਾਈਆਂ ਨੇ, ਜੇ ਤੁਸੀਂ ਆਪਣੇ ਜੋਗ ਮਤ ਦਾ ਪ੍ਰਚਾਰ ਕਰਦੇ ਹੋ, ਮਣਾ ਮੁਈ ਧਨ ਇੱਥੋਂ ਤੁਸੀਂ ਇਕੱਠਾ ਕਰਕੇ ਲਿਜਾਣਾ ਹੈ, ਤੇ ਇਹ ਵੀ ਤਾਂ ਸਾਰੀ ਮਾਇਆ ਧਨ ਜਿਹੜਾ ਤੁਹਾਨੂੰ ਗ੍ਰਸਤੀ ਹੀ ਦੇ ਰਹੇ ਹਨ। ਸੋ ਇਸ ਤਰ੍ਹਾਂ ਸਾਹਿਬ ਕਹਿੰਦੇ ਅਸੀਂ ਨਹੀਂ ਸਗੋਂ ਕੁਛ ਕੀਤਾ, ਤੁਸੀਂ ਗ੍ਰਸਤੀਆਂ ਨੂੰ ਮਾੜਾ ਕਹਿੰਦੇ ਹੋ, ਗ੍ਰਸਤੀਆਂ ਦੀ ਨਿੰਦਾ ਕਰਦੇ ਹੋ, ਤੇ ਫਿਰ ਗ੍ਰਸਤੀਆਂ ਦੇ ਘਰੇ ਹੀ ਤੁਸੀਂ ਇਸ ਧਨ ਨੂੰ, ਇਸ ਮਾਇਆ ਨੂੰ ਲੈਣ ਵਾਸਤੇ ਚੜ੍ਹ ਪੈਂਦੇ। ਫਿਰ ਉਨਕੇ ਘਰ ਮੰਗਣ ਜਾਈ, ਪ੍ਰਸ਼ਾਦਾ ਪਾਣੀ ਉਹਨਾਂ ਦੇ ਘਰੇ ਮੰਗਦੇ ਹੋ। ਸੋ ਮਾਫ਼ ਕਰਿਓ ਜੇ ਅੱਜ ਦੇ ਸਮਾਜ ਜ਼ਮਾਨੇ ਦੇ ਹਾਲਾਤ ਨਾਲ ਗੱਲ ਕਰੀਏ ਤਾਂ ਬੜੇ ਬੜੇ ਐਸੇ ਆਪਣੇ ਆਪ ਨੂੰ ਅਥਾਹ ਵਰਕਤ ਕਹਾਉਂਦੇ ਜਿਹੜੇ ਸਨ, ਉਹਨਾਂ ਨੂੰ ਦੇਖਿਆ ਉਹ ਗ੍ਰਸਤੀਆਂ ਦੇ ਆਸਰੇ 'ਤੇ ਪਲਦੇ ਨੇ। ਮਾਫ਼ ਕਰਿਓ, ਸਾਰਿਆਂ ਦੀ ਬਾਤ ਨਹੀਂ, ਬੜੇ ਐਸੇ ਵਿਰਕਤ ਵੇਖੇ ਨੇ ਜ਼ਿੰਦਗੀ ਜਿਹੜੇ ਪੂਰਨ ਵਿਰਕਤ ਹਨ, ਜਿਨ੍ਹਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ। ਕਿਉਂਕਿ ਇਸ ਗੱਲ ਦੇ ਦੋ ਪੱਖ ਨੇ। ਇੱਕ ਤਾਂ ਜਿਹੜਾ ਪੂਰਨ ਵਿਰਕਤ ਮਹਾਤਮਾ ਹੈ, ਉਹਦੇ ਕੋਲ ਗ੍ਰਸਤੀ ਆਪ ਆ ਕੇ ਉਹਨੂੰ ਕੁਛ ਦੇ ਦਿੰਦਾ ਤਾਂ ਉਹਦੀ ਭੇਟਾ ਪ੍ਰਵਾਨ ਕਰਦਾ ਹੈ। ਪਰ ਇੱਕ ਉਹ ਹੈ ਜਿਹੜਾ ਆਪ ਗ੍ਰਸਤੀ ਤੋਂ ਮੰਗਦਾ ਪਿਆ ਵੀ ਸਾਨੂੰ ਆਹ ਚੀਜ਼ ਦਿੱਤੀ ਜਾਵੇ, ਸਾਡੇ ਵਾਸਤੇ ਆਹ ਚੀਜ਼ ਲਿਆਂਦੀ ਜਾਵੇ, ਜਾਂ ਉਹਨਾਂ ਦੇ ਘਰਾਂ 'ਚ ਜਾ ਕੇ ਮੰਗਦਾ ਹੈ। ਪਰ ਇੱਕ ਵਿਰਕਤ ਮਹਾਤਮਾ ਹੈ, ਇਹ ਨਹੀਂ ਕਿ ਉਹ ਗ੍ਰਸਤੀ ਤੋਂ ਲੈਂਦਾ ਕੁਛ ਨਹੀਂ, ਪਰ ਉਹ ਮੰਗਦਾ ਨਹੀਂ। ਗ੍ਰਸਤੀ ਪ੍ਰੇਮ ਨਾਲ ਆ ਕੇ ਉਹਨੂੰ ਭੇਟਾ ਦੇ ਦੇਵੇ ਤਾਂ ਉਹ ਜ਼ਰੂਰ ਉਹਦਾ ਨਿਰਾਦਰ ਵੀ ਨਹੀਂ ਕਰਦਾ। ਕਿਉਂਕਿ ਦੇਖੋ, ਜਦੋਂ ਕਿਸੇ ਨੇ ਪਿਆਰ ਦੇ ਨਾਲ ਕੁਛ ਦਿੱਤਾ ਹੈ ਤੇ ਅਸੀਂ ਅੱਗੋਂ ਕਹਿ ਦਈਏ ਨਹੀਂ ਜੀ ਅਸੀਂ ਤਾਂ ਬੜੇ ਵਿਰਕਤ ਹਾਂ, ਸ਼ਾਇਦ ਉਹਦੀ ਭਾਵਨਾ ਨੂੰ ਵੀ ਠੇਸ ਪਹੁੰਚਦੀ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਜਿਹੜਾ ਸਿਧਾਂਤ ਹੈ, ਇਹ ਉਹਨਾਂ ਜੋਗੀਆਂ ਸਾਧੂਆਂ ਵੱਲ ਹੈ ਜਿਹੜੇ ਮੰਗਦੇ ਪਏ ਨੇ ਉਸ ਮੇਲੇ 'ਚ ਬਹਿ ਕੇ ਕਿ ਤੁਸੀਂ ਗ੍ਰਸਤੀ ਹੋ, ਸਾਨੂੰ ਮਾਇਆ ਦਿਓ, ਅਸੀਂ ਆਹ ਕਰਨਾ, ਇਸ ਮਾਇਆ ਨਾਲ ਉਹ ਕਰਨਾ ਹੈ। ਤਾਂ ਸਾਹਿਬ ਕਹਿੰਦੇ ਤੁਹਾਡੀ ਇਸ ਮਾਂ ਨੇ ਤੇ ਪੂਰਾ ਦੁੱਧ ਹੀ ਜਿਹੜਾ ਹੈ ਕੁਚੱਜੇ ਭਾਵ ਦੇ ਨਾਲ ਇਸ ਦੁੱਧ ਨੂੰ ਹੀ ਸਾੜ ਕੇ ਰੱਖ ਦਿੱਤਾ ਹੈ। ਬਿਨ ਦਿੱਤੇ ਕਛ ਹੱਥ ਨਾ ਆਈ। ਸੋ ਸਾਹਿਬ ਜੀ ਸਮਝਾਉਂਦੇ ਨੇ ਅਸਲ ਵਿੱਚ ਬਿਨਾਂ ਦਿੱਤੇ ਤੋਂ ਕੁਝ ਹੱਥ ਨਹੀਂ ਆਉਂਦਾ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਦਿੱਤੇ ਬਿਨਾਂ ਕੁਛ ਨਹੀਂ ਅੱਜ ਤੱਕ ਮਿਲਦਾ। ਭਾਵ ਜੇ ਅੱਜ ਤੁਸੀਂ ਘਰ ਘਰ ਮੰਗਦੇ ਫਿਰਦੇ ਹੋ, ਇਹਦਾ ਮਤਲਬ ਹੈ ਤੁਸੀਂ ਕਿਸੇ ਪੂਰਬਲੇ ਜਨਮ 'ਚ ਕੁਛ ਦਿੱਤਾ ਨਹੀਂ ਹੋਏਗਾ। ਜੇ ਤੁਸੀਂ ਪਹਿਲੇ ਜਨਮਾਂ 'ਚ ਕੁਛ ਦਾਨ ਪੁੰਨ ਕੀਤਾ ਹੁੰਦਾ, ਸ਼ਾਇਦ ਅੱਜ ਤੁਹਾਨੂੰ ਉਹ ਪ੍ਰਾਪਤ ਹੋ ਜਾਂਦਾ, ਤੁਹਾਨੂੰ ਲੋਕਾਂ ਘਰੇ ਮੰਗਣਾ ਨਾ ਪੈਂਦਾ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਇਆ। ਸੋ ਇਸ ਪੌੜੀ ਦਾ ਭਾਵ ਅਰਥ ਇਹੀ ਹੈ ਕਿ ਦਿੱਤੇ ਤੋਂ ਬਿਨਾਂ ਕੁਝ ਵੀ ਜਿਹੜਾ ਹੈ ਉਹ ਨਹੀਂ ਮਿਲਦਾ। ਇਸ ਭੇਖੈ ਥਾਵਹੁ ਗਿਰਹੁ ਭਲਾ ਜਿੱਥੋਂ ਕੋ ਵਰਸਾਏ। ਇਸ ਭੇਖ ਤੋਂ ਗ੍ਰਸਤ ਜਿਹੜਾ ਹੈ ਉਹ ਭਲਾ ਹੈ, ਜਿੱਥੋਂ ਸਾਰੇ ਵਰਸਦੇ, ਜਿੱਥੋਂ ਸਾਰੇ ਛਕਦੇ ਹਨ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਇਆ, ਦਿੱਤਾ ਲਈਐ ਆਪਣਾ, ਅੰਨ ਦਿੱਤਾ ਕਛ ਹੱਥ ਨਾ ਆਵੇ। ਸੋ ਇਹ 40 ਪੌੜੀਆਂ 40 ਪੌੜੀਆਂ ਤੱਕ ਇੱਥੇ ਆਪਾਂ ਸਰਵਣ ਕੀਤਾ। ਹੋਈਆਂ ਭੁੱਲਾਂ ਦੀ ਖਿਮਾ। ਅੱਗੇ ਇਹਨਾਂ ਸਿੱਧਾਂ ਨਾਲ ਜੋ ਗੋਸ਼ਟ ਹੋਏਗੀ ਅਗਲੀ ਪੌੜੀ ਵਿੱਚ ਆਪਾਂ ਸਰਵਣ ਕਰਾਂਗੇ। ਸਾਹਿਬ ਸਮੱਤ ਦੀ ਦਾਤ ਬਖਸ਼ ਨਿਵਾਜਨਾ ਕਰਨ। ਹੋਏ ਅਤੀਤ ਗ੍ਰਹਸਤ ਤਜ, ਫਿਰ ਉਨਕੇ ਘਰ ਮੰਗਣ ਜਾਈ। ਬਿਨ ਦਿੱਤੇ ਕਛ ਹੱਥ ਨਾ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।